ਸਤਿ ਸ੍ਰੀ ਅਕਾਲ ਸਾਥੀਓ। ਭਾਰਤੀ ਸੰਵਿਧਾਨ ਤੇ ਭਾਰਤੀ ਰਾਜਨੀਤੀ ਸ਼ਾਸਤਰ ਦੇ ਨਾਲ ਸੰਬੰਧਿਤ ਪ੍ਰਸ਼ਨਾਂ ਦੀ ਦੂਜੀ ਵੀਡੀਓ ਜਿਹੜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਇਹਦੇ ਵਿੱਚ ਮਿਕਸ ਅਪ ਕੁਐਸਚਨ ਨੇ, ਠੀਕ ਹੈ ਜੀ। ਤੇ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਦੂਜੀ ਵੀਡੀਓ। ਸ਼ੁਰੂ ਕਰਦੇ ਹਾਂ ਪਹਿਲੇ ਪ੍ਰਸ਼ਨ ਦੇ ਨਾਲ। ਸੰਵਿਧਾਨ ਦੀ ਡਰਾਫਟ ਕਮੇਟੀ ਨੇ ਸੰਵਿਧਾਨ ਦੇ ਮੂਲ ਪਾਠ ਤੇ ਵਿਚਾਰ ਕਰਨ ਤੋਂ ਬਾਅਦ ਸੰਵਿਧਾਨ ਦਾ ਪਹਿਲਾ ਖਰੜਾ ਕਦੋਂ ਸੰਵਿਧਾਨ ਸਭਾ ਨੂੰ ਸੌਂਪਿਆ? ਠੀਕ ਹੈ ਜੀ, ਇਹ ਪੁੱਛ ਰਹੇ ਆ ਵੀ ਪਹਿਲਾ ਖਰੜਾ ਜਿਹੜਾ ਸੰਵਿਧਾਨ ਸਭਾ ਨੂੰ ਕਦੋਂ ਸੌਂਪਿਆ ਗਿਆ ਮੂਲ ਪਾਠ ਤੇ ਵਿਚਾਰ ਕਰਨ ਤੋਂ ਬਾਅਦ। ਆਪਣੇ ਕੋਲ ਚਾਰ ਆਪਸ਼ਨ ਨੇ। ਆਪਸ਼ਨ ਏ ਹੈਗਾ 21 ਅਕਤੂਬਰ 1947, ਆਪਸ਼ਨ 2 ਹੈਗਾ ਆਪਣੇ ਕੋਲ 26 ਫਰਵਰੀ 1948, ਆਪਸ਼ਨ ਸੀ ਹੈਗਾ 25 ਜਨਵਰੀ 1949 ਤੇ ਆਪਸ਼ਨ ਡੀ ਹੈਗਾ 21 ਫਰਵਰੀ 1948। ਤਾਂ ਇਹਦੇ ਵਿੱਚੋਂ ਜਿਹੜਾ ਆਪਣਾ ਆਪਸ਼ਨ ਜਿਹੜਾ ਡੀ ਸਹੀ ਹੋ ਜਾਊਗਾ ਜੀ। ਆਪਣਾ ਆਪਸ਼ਨ ਡੀ ਸਹੀ ਹੋ ਜਾਊਗਾ। 21 ਫਰਵਰੀ 1948 ਨੂੰ ਪਹਿਲਾ ਖਰੜਾ ਜਿਹੜਾ ਸੰਵਿਧਾਨ ਸਭਾ ਨੂੰ ਸੌਂਪਿਆ ਕਿਹਨੇ ਜੀ? ਡਰਾਫਟ ਕਮੇਟੀ ਦੇ ਮੂਲ ਪਾਠ ਤੇ ਵਿਚਾਰ ਕਰਨ ਤੋਂ ਬਾਅਦ। ਠੀਕ ਹੈ ਜੀ, ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਪਰ। ਸੰਵਿਧਾਨ ਸਭਾ ਦੁਆਰਾ ਭਾਰਤ ਨੂੰ ਸੰਵਿਧਾਨ ਦੇਣ ਦਾ ਮਤਾ ਕਦੋਂ ਪਾਸ ਕੀਤਾ ਗਿਆ? ਵੀ ਕਹਿੰਦੇ ਭਾਰਤ ਨੂੰ ਸੰਵਿਧਾਨ ਦੇਣਾ, ਇੱਕ ਭਾਰਤ ਦੇ ਲਈ ਸੰਵਿਧਾਨ ਬਣਾ ਕੇ ਦੇਣਾ, ਤੇ ਪਹਿਲਾ ਮਤਾ ਜਿਹੜਾ ਇਹਦੇ ਤੇ ਪਾਸ ਕੀਤਾ ਗਿਆ ਸੀਗਾ ਉਹ ਪੁੱਛ ਰਿਹਾ ਵੀ ਕਦੋਂ ਪਾਸ ਕੀਤਾ ਗਿਆ ਸੀਗਾ। ਚਾਰ ਆਪਸ਼ਨ ਨੇ ਆਪਣੇ ਕੋਲੇ। ਆਪਾਂ ਨੂੰ ਪਤਾ ਵੀ 1946 ਦੇ ਵਿੱਚ ਜਿਹੜਾ ਸੰਵਿਧਾਨ ਸਭਾ ਨੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ, ਪਰ ਇਹਦੇ ਸੰਬੰਧ ਦੇ ਵਿੱਚ ਮਤਾ ਜਿਹੜਾ ਪਾਸ ਕੀਤਾ ਗਿਆ ਸੀਗਾ ਉਹ ਪੁੱਛ ਰਿਹਾ ਆਪਣੇ ਤੋਂ ਜੁਲਾਈ 1947, 22 ਜਨਵਰੀ 1947, 13 ਦਸੰਬਰ 1946, 9 ਦਸੰਬਰ 1946। 9 ਦਸੰਬਰ ਨੂੰ ਆਪਾਂ ਨੂੰ ਪਤਾ ਵੀ ਪਹਿਲੀ ਮੀਟਿੰਗ ਹੁੰਦੀ ਹੈ, ਫਿਰ 11 ਦਸੰਬਰ ਨੂੰ ਹੁੰਦੀ ਹੈ। ਠੀਕ ਹੈ, ਆਪਣੇ ਤੋਂ ਪੁੱਛ ਰਿਹਾ ਵੀ ਸੰਵਿਧਾਨ ਸਭਾ ਦਾ ਮਤਾ ਕਦੋਂ ਪਾਸ ਕੀਤਾ ਗਿਆ ਸੀ, ਤਾਂ ਆਪਣੇ ਕੋਲ ਆਪਸ਼ਨ ਕੀ ਹੋ ਜਾਊਗਾ? ਬੀ ਸਹੀ ਹੋ ਜਾਊਗਾ ਜੀ, ਆਪਸ਼ਨ ਬੀ। ਚੱਲਦੇ ਹਾਂ ਆਪਾਂ ਤੀਸਰੇ ਪ੍ਰਸ਼ਨ ਦੇ ਉੱਪਰ। ਕ੍ਰੀਮੀ ਲੇਅਰ ਦਾ ਸਿਧਾਂਤ ਪਹਿਲੀ ਵਾਰ ਭਾਰਤ ਵਿੱਚ ਪੇਸ਼ ਕੀਤਾ ਗਿਆ ਸੀ। ਕ੍ਰੀਮੀ ਲੇਅਰ ਦਾ ਤੁਹਾਨੂੰ ਪਤਾ ਹੀ ਹੈ ਵੀ ਕ੍ਰੀਮੀ ਲੇਅਰ ਕੀ ਹੁੰਦੀ ਹੈਗੀ, ਜਿਹੜੀ 8 ਲੱਖ ਦੇ ਵਿੱਚ ਜਿਹੜੀ ਇਨਕਮ, ਉਹ 8 ਲੱਖ ਦੇ ਨੇੜੇ ਤੇੜੇ ਜਾਂ ਉੱਪਰ ਜਿਹੜੀ ਇਨਕਮ ਹੁੰਦੀ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਕ੍ਰੀਮੀ ਲੇਅਰ ਜਿਹੜਾ ਸਿਧਾਂਤ ਜਿਹੜਾ ਦਿੱਤਾ ਗਿਆ ਸੀਗਾ। ਇਹ ਪੁੱਛ ਰਿਹਾ ਵੀ ਕਿਹਨੇ ਦਿੱਤਾ ਸੀ ਇਹ ਸਿਧਾਂਤ? ਆਪਣੇ ਕੋਲੇ ਆਪਸ਼ਨ 4 ਨੇ। ਏ ਆਪਸ਼ਨ ਬੀ, ਏ ਦੇ ਵਿੱਚ ਹੈਗਾ ਕਾਕਾ ਕਾਲੇਕਰ ਕਮਿਸ਼ਨ, ਬੀ ਦੇ ਵਿੱਚ ਹੈਗਾ ਸਤਿਆਨਾਥਨ ਕਮਿਸ਼ਨ 1971 ਤੇ ਸੀ ਦੇ ਵਿੱਚ ਹੈਗਾ ਮੰਡਲ ਕਮਿਸ਼ਨ 1980 ਤੇ ਆਪਸ਼ਨ ਡੀ ਹੈਗਾ ਆਪਣੇ ਕੋਲ ਇੰਦਰਾ ਸਾਹਨੀ ਕੇਸ 1992 ਵਿੱਚ ਸੁਪਰੀਮ ਕੋਰਟ ਦੁਆਰਾ। ਤਾਂ ਇਹਦੇ ਵਿੱਚ ਆਪਣਾ ਆਪਸ਼ਨ ਬੀ ਸਹੀ ਹੋ ਜਾਊਗਾ ਜੀ, ਸਤਿਆਨਾਥਨ ਕਮਿਸ਼ਨ 1971। ਇਹਨੇ ਕੀ ਦਿੱਤਾ ਸੀਗਾ ਜੀ? ਕ੍ਰੀਮੀ ਲੇਅਰ ਦਾ ਸਿਧਾਂਤ ਦਿੱਤਾ ਸੀਗਾ ਸਤਿਆਨਾਥਨ ਕਮਿਸ਼ਨ 1971 ਦੇ ਵਿੱਚ ਭਾਰਤ ਵਿੱਚ ਪਹਿਲੀ ਵਾਰੀ ਪੇਸ਼ ਕੀਤਾ ਗਿਆ ਸੀਗਾ ਸਤਿਆਨਾਥਨ ਕਮਿਸ਼ਨ ਦੁਆਰਾ। ਠੀਕ ਹੈ ਜੀ, ਫਿਰ ਚੱਲਦੇ ਆਪਾਂ ਆਪਣੇ ਕੁਐਸਚਨ ਨੰਬਰ 4 ਤੇ। ਰਾਸ਼ਟਰਪਤੀ ਹਥਿਆਰਬੰਦ ਬਲਾਂ ਦਾ ਸਿਆਸੀ ਮੁਖੀ ਹੁੰਦਾ ਜੀ। ਸਿਆਸੀ ਮੁਖੀ ਹੁੰਦਾ, ਆਪਣੇ ਕੋਲੇ ਆਪਸ਼ਨ ਦਿੱਤੇ ਹੋਏ ਨੇ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਭਾਰਤ ਦੇ ਮੂਲ ਸੰਵਿਧਾਨ ਵਿੱਚ ਦਰਸਾਏ ਗਏ ਇਲੈਕਟੋਰਲ ਕਾਲਜ ਦੁਆਰਾ ਚੁਣੇ ਜਾਂਦੇ ਹਨ। ਠੀਕ ਹੈ ਜੀ, ਪਹਿਲਾਂ ਪੁੱਛ ਰਿਹਾ ਵੀ ਹਥਿਆਰਬੰਦ ਬਲਾਂ ਦਾ ਸਿਆਸੀ ਮੁਖੀ। ਆਪਣੇ ਕੋਲੇ ਸਿਰਫ ਇੱਕ ਸਹੀ ਹੈ। ਆਪਸ਼ਨ ਬੀ ਹੈਗਾ ਜੀ 2 ਸਹੀ ਹੈ। ਆਪਸ਼ਨ ਸੀ ਹੈਗਾ 1 ਤੇ 2 ਦੋਵੇਂ ਸਹੀ ਹਨ। ਆਪਸ਼ਨ ਡੀ ਹੈਗਾ 1 ਤੇ 2 ਦੋਵੇਂ ਗਲਤ ਹਨ। ਠੀਕ ਹੈ ਜੀ, ਤਾਂ ਆਪਣੇ ਕੋਲੇ ਰਾਸ਼ਟਰਪਤੀ ਹਥਿਆਰਬੰਦ ਬਲਾਂ ਦਾ ਸਿਆਸੀ ਮੁਖੀ ਕਿਹਾ ਜੀ ਆਪਾਂ ਨੂੰ ਸੁਪਰੀਮ ਕਮਾਂਡਰ ਹੁੰਦਾ ਜੀ। ਰਾਸ਼ਟਰਪਤੀ ਕੀ ਹੁੰਦਾ? ਹਥਿਆਰਬੰਦ ਬਲਾਂ ਦਾ ਸੁਪਰੀਮ ਕਮਾਂਡਰ ਹੁੰਦਾ ਰਾਸ਼ਟਰਪਤੀ। ਹਥਿਆਰਬੰਦ ਬਲਾਂ ਦਾ ਕੀ ਹੁੰਦਾ ਜੀ? ਸੁਪਰੀਮ ਕਮਾਂਡਰ ਹੁੰਦਾ। ਤੇ ਮੂਲ ਸੰਵਿਧਾਨ ਦੇ ਵਿੱਚ ਜਿਹੜਾ ਉਪ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ, ਠੀਕ ਹੈ ਜੀ, ਉਹ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੁਆਰਾ ਕੀਤੀ ਜਾਂਦੀ ਹੈ। ਠੀਕ ਹੈ, ਮੂਲ ਸੰਵਿਧਾਨ ਦੇ ਵਿੱਚ ਜਿਹੜੀ ਉਪ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਉਹ ਕੀ ਕੀਤੀ ਜਾਂਦੀ ਹੈ ਵੀ ਉਹ ਉਪ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਸੰਸਦ ਦੇ ਦੋਵੇਂ ਸਦਨ ਦੀ ਸਾਂਝੀ ਬੈਠਕ ਦੁਆਰਾ ਕੀਤੀ ਜਾਂਦੀ ਹੈ। ਇਹਦੇ ਵਿੱਚ ਇੱਕ 11ਵੀਂ ਸੰਵਿਧਾਨਕ ਸੋਧ ਹੋਈ ਸੀ। 11ਵੀਂ ਸੰਵਿਧਾਨਕ ਸੋਧ ਐਕਟ ਆਇਆ ਸੀਗਾ 1961 ਦੇ ਵਿੱਚ। ਠੀਕ ਹੈ ਜੀ, 1961 ਦੇ ਵਿੱਚ ਇਸ ਸੰਬੰਧ ਦੇ ਵਿੱਚ। ਤਾਂ ਇਹਦੇ ਵਿੱਚ ਜਿਹੜਾ ਆਪਣਾ ਆਪਸ਼ਨ ਹੋ ਜਾਊਗਾ, ਆਪਸ਼ਨ ਕੀ ਹੋ ਜਾਊਗਾ ਜੀ ਆਪਣਾ? ਇਹਦੇ ਵਿੱਚ ਆਪਸ਼ਨ ਹੋ ਜਾਊਗਾ ਆਪਣਾ 1 ਤੇ 2 ਦੋਵੇਂ ਗਲਤ ਹਨ। ਸਿਆਸੀ ਮੁਖੀ ਨਹੀਂ ਹੁੰਦਾ ਜੀ, ਸੁਪਰੀਮ ਕਮਾਂਡਰ ਹੁੰਦਾ। ਠੀਕ ਹੈ ਜੀ, ਚਲੋ ਜੀ ਆਪਾਂ ਚੱਲਦੇ ਹਾਂ ਪ੍ਰਸ਼ਨ ਨੰਬਰ 5 ਦੇ ਉੱਪਰ। ਲੋਕ ਲੇਖਾ ਕਮੇਟੀ ਦੇ ਪਹਿਲੇ ਚੇਅਰਮੈਨ ਜੋ ਵਿਰੋਧੀ ਪਾਰਟੀ ਤੋਂ ਚੁਣੇ ਗਏ ਸੀਗੇ। ਲੋਕ ਲੇਖਾ ਕਮੇਟੀ ਦੇ ਚੇਅਰਮੈਨ ਪੁੱਛਿਆ ਜੀ ਆਪਾਂ ਨੂੰ, ਜਿਹੜੇ ਕਿ ਵਿਰੋਧੀ ਧਿਰ ਤੋਂ ਚੁਣੇ ਗਏ ਸੀਗੇ। ਅਰਜਨ ਸਿੰਘ ਭਦੌਰੀਆ, ਆਪਸ਼ਨ ਬੀ ਹੈਗਾ ਸ਼੍ਰੀਪਦ ਅੰਮ੍ਰਿਤ ਡਾਂਗੇ, ਆਪਸ਼ਨ ਸੀ ਹੈਗਾ ਮਿਨੋਚਰ ਰੁਸਤਮ ਮਸਾਨੀ ਤੇ ਬ੍ਰਿਜ ਭੂਸ਼ਣ ਲਾਲ। ਤਾਂ ਇਹਦੇ ਵਿੱਚ ਆਪਣਾ ਆਪਸ਼ਨ ਕੀ ਹੋ ਜਾਊਗਾ ਜੀ? ਆਪਸ਼ਨ ਆਪਣਾ ਸੀ ਸਹੀ ਹੋ ਜਾਊਗਾ ਜੀ। ਆਪਸ਼ਨ ਆਪਣਾ ਸੀ ਸਹੀ ਹੋ ਜਾਊਗਾ। ਬ੍ਰਿਜ ਮੋਹਨ ਮਿਨੋਚਰ ਰੁਸਤਮ ਮਸਾਨੀ ਲੋਕ ਲੇਖਾ ਕਮੇਟੀ ਹੈ। ਇਹਦਾ ਪਹਿਲਾ ਚੇਅਰਮੈਨ ਜਿਹੜਾ ਵਿਰੋਧੀ ਪਾਰਟੀ ਤੋਂ ਚੁਣਿਆ ਗਿਆ ਸੀਗਾ ਮਿਨੋਚਰ ਰੁਸਤਮ ਮਸਾਨੀ। ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ। ਭਾਰਤ ਦਾ ਪ੍ਰਧਾਨ ਮੰਤਰੀ ਆਪਣੀ ਸਰਕਾਰ ਵਿਰੁੱਧ ਬੇਭਰੋਸਗੀ ਅਵਿਸ਼ਵਾਸ ਕਹਿ ਦਿੰਦੇ ਆਪਾਂ ਦੇ ਪ੍ਰਸਤਾਵ ਵਿੱਚ ਹਿੱਸਾ ਨਹੀਂ ਲੈ ਸਕਦਾ। ਠੀਕ ਹੈ ਜੀ, ਆਪਣੀ ਸਰਕਾਰ ਵਿਰੁੱਧ। ਠੀਕ ਹੈ, ਭਾਰਤ ਦਾ ਪ੍ਰਧਾਨ ਮੰਤਰੀ, ਹੁਣ ਉਹਦੀ ਸਰਕਾਰ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਦੀ ਮੰਨ ਲਓ, ਠੀਕ ਹੈ, ਉਹ ਆਪਣੀ ਸਰਕਾਰ ਦੇ ਵਿਰੁੱਧ ਬੇਭਰੋਸਗੀ ਦਾ ਜਿਹੜਾ ਪ੍ਰਸਤਾਵ ਹੋਊਗਾ, ਅਵਿਸ਼ਵਾਸ ਦਾ ਪ੍ਰਸਤਾਵ ਹੋਊਗਾ, ਉਹਦੇ ਵਿੱਚ ਹਿੱਸਾ ਨਹੀਂ ਲੈ ਸਕਦਾ। ਕਦੋਂ ਹਿੱਸਾ ਨਹੀਂ ਲੈ ਸਕਦਾ ਆਪਾਂ ਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ। ਤੇ ਆਪਣੇ ਕੋਲ ਆਪਸ਼ਨ ਹੈਗਾ ਜਦੋਂ ਕੋਲੀਸ਼ਨ ਦੀ ਸਰਕਾਰ ਹੋਵੇ, ਮਿਲੀ ਜੁਲੀ ਸਰਕਾਰ ਹੋਵੇ ਜੀ, ਜਾਂ ਲੋਕ ਸਭਾ ਦੇ ਮੈਂਬਰ ਹੋਣ। ਠੀਕ ਹੈ, ਲੋਕ ਸਭਾ ਦਾ ਮੈਂਬਰ ਬਣਿਆ ਹੋਵੇ, ਉਹ ਲੋਕ ਸਭਾ ਦਾ ਮੈਂਬਰ ਤਾਂ ਹੁੰਦਾ ਹੀ ਹੈ। ਠੀਕ ਹੈ ਜੀ, ਫਿਰ ਉਹਨੂੰ ਕਹਿ ਦਈਏ ਘੱਟ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਜਾਂ ਉਹਨੂੰ ਘੱਟ ਪ੍ਰਧਾਨ ਮੰਤਰੀ ਨੂੰ ਘੱਟ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਇੱਥੇ ਮੂਹਰੇ PM ਲਿਖ ਲਓ, PM ਨੂੰ ਘੱਟ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਜਾਂ ਉਹ ਰਾਜ ਸਭਾ ਦਾ ਮੈਂਬਰ ਹੈ।
ਆਪਣੇ ਵਿਰੁੱਧ ਬੇਭਰੋਸਗੀ ਦਾ ਪ੍ਰਸਤਾਵ ਦੇ ਵਿੱਚ ਹਿੱਸਾ ਕਦੋਂ ਨਹੀਂ ਲੈ ਸਕਦਾ ਰਾਸ਼ਟਰਪਤੀ ਆਪਣਾ ਪ੍ਰਧਾਨ ਮੰਤਰੀ, ਜਦੋਂ ਉਹ ਰਾਜ ਸਭਾ ਦਾ ਮੈਂਬਰ ਹੋਵੇ। ਠੀਕ ਹੈ ਜੀ। ਚਲੋ ਜੀ, ਪ੍ਰਸ਼ਨ ਨੰਬਰ ਚੱਲਦੇ ਆ 7 ਦੇ ਉੱਪਰ। ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਕੀ ਹੁੰਦਾ ਜੀ? ਵਿਰੋਧੀ ਧਿਰ ਦੇ ਨੇਤਾ ਜਿਹੜਾ ਆਪਾਂ ਕਹਿ ਦਈਏ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਹੁੰਦਾ, ਵਿਰੋਧੀ ਧਿਰ ਬੈਠੀ ਹੁੰਦੀ ਹੈ ਇੱਕ। ਠੀਕ ਹੈ, ਇਹ ਵਿਧਾਨ ਪਰਿਸ਼ਦ ਵਿੱਚ ਵੀ ਬੈਠੀ ਹੁੰਦੀ ਆ, ਵਿਧਾਨ ਸਭਾ ਦੇ ਵਿੱਚ ਵੀ ਬੈਠੀ ਹੁੰਦੀ ਹੈ ਵਿਰੋਧੀ ਧਿਰ। ਠੀਕ ਹੈ ਜੀ। ਤੇ ਆਪਾਂ ਕਹਿ ਦਈਏ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਵਿਰੋਧੀ ਧਿਰ ਜਿਹੜੀ ਬੈਠੀ ਹੁੰਦੀ ਹੈ। ਠੀਕ ਹੈ, ਵਿਰੋਧੀ ਧਿਰ ਹੈ ਜਿਹੜੀ ਕਹਿ ਦਈਏ ਇਹਦਾ ਨੇਤਾ, ਆਪਾਂ ਨੂੰ ਪੁੱਛ ਲਿਆ ਵੀ ਵਿਰੋਧੀ ਧਿਰ ਦਾ ਨੇਤਾ ਇਹਦਾ ਅਹੁਦਾ ਕੀ ਹੁੰਦਾ? ਇਹ ਸੰਵਿਧਾਨ ਦਾ ਅਹੁਦਾ, ਸੰਵਿਧਾਨਕ ਦੇ ਵਿੱਚ ਸੰਵਿਧਾਨਕ ਅਹੁਦਾ ਹੈ, ਜਾਂ ਇਹਨੂੰ ਕਹੀਏ ਕਾਨੂੰਨੀ ਜਾਂ ਵਿਧਾਨਕ ਅਹੁਦਾ ਹੈ। ਇਹ ਨਾ ਤਾਂ ਸੰਵਿਧਾਨਕ ਹੈ ਤੇ ਨਾ ਹੀ ਕਾਨੂੰਨੀ ਹੈ, ਇਹ ਕਹਿੰਦਾ ਸਿਰਫ ਕਾਰਜਕਾਰੀ ਹੈ। ਠੀਕ ਹੈ ਜੀ। ਤਾਂ ਆਪਾਂ ਨੂੰ ਇਹਦੇ ਵਿੱਚ ਪੁੱਛਿਆ ਗਿਆ ਵੀ ਇਹਦਾ ਅਹੁਦਾ ਜਿਹੜਾ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਕੀ ਹੈ? ਕਾਨੂੰਨੀ ਹੈ, ਵਿਧਾਨਕ, ਮਤਲਬ ਇਹ ਵਿਧਾਨਕ ਹੈ। ਠੀਕ ਹੈ, ਵਿਧਾਨ ਕੀਤਾ ਗਿਆ ਇਹਦਾ ਵਿਰੋਧੀ ਧਿਰ ਦੇ ਨੇਤਾ ਦਾ, ਮਤਲਬ ਇੱਕ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹਦੇ ਵਿੱਚ ਬੈਠੂਗਾ। ਠੀਕ ਹੈ ਜੀ। ਚਲੋ ਜੀ, ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਆਪਾਂ। ਸਾਲ 1976 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਕੌਣ ਹੈ ਜੀ? ਪ੍ਰਧਾਨ ਮੰਤਰੀ ਉਸ ਸਮੇਂ ਦੀ ਇੰਦਰਾ ਗਾਂਧੀ ਹੈ। ਇਹਦੀ ਅਗਵਾਈ ਦੇ ਵਿੱਚ ਲੋਕ ਸਭਾ ਵਿੱਚ ਸੰਵਿਧਾਨਕ ਸੋਧ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਸੀਗਾ। ਲੋਕ ਸਭਾ ਦੇ ਵਿੱਚ ਸੰਵਿਧਾਨਕ ਸੋਧ ਦੇ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਸੀਗਾ, ਜਿਸ ਦਾ ਅੰਤਿਮ ਨਤੀਜਾ 42ਵੀਂ ਸੰਵਿਧਾਨਕ ਸੋਧ ਐਕਟ, ਅੰਤਿਮ ਨਤੀਜਾ ਕੀ ਨਿਕਲਿਆ ਵੀ ਉਹਦਾ 42ਵੀਂ ਸੰਵਿਧਾਨਕ ਸੋਧ ਐਕਟ 1976 ਦੇ ਰੂਪ ਵਿੱਚ ਸਾਹਮਣੇ ਆਇਆ। ਲੋਕ ਸਭਾ ਵਿੱਚ ਇਹ ਬਿੱਲ ਕਿਹਨੇ ਪੇਸ਼ ਕੀਤਾ ਸੀਗਾ? ਆਪਾਂ ਨੂੰ ਪ੍ਰਸ਼ਨ ਕੀ ਪੁੱਛਿਆ ਵੀ ਲੋਕ ਸਭਾ ਦੇ ਵਿੱਚ ਇਹ ਜਿਹੜਾ ਬਿੱਲ ਪੇਸ਼ ਕੀਤਾ ਕਿਹਨੇ ਕੀਤਾ ਸੀ? ਜਦੋਂ ਸਾਲ 1976 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਲੋਕ ਸਭਾ ਵਿੱਚ ਸੰਵਿਧਾਨਕ ਸੋਧ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਦਾ ਅੰਤਿਮ ਨਤੀਜਾ 42ਵੀਂ ਸੰਵਿਧਾਨਕ ਸੋਧ ਐਕਟ 1976 ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਇਹ ਬਿੱਲ ਪੁੱਛ ਲਿਆ ਵੀ ਕਿਹਨੇ ਪੇਸ਼ ਕੀਤਾ ਸੀਗਾ? ਤਾਂ ਆਪਣੇ ਕੋਲ ਆਪਸ਼ਨ 4 ਨੇ, HR ਗੋਖਲੇ, ਸਰਦਾਰ ਸਵਰਨ ਸਿੰਘ, ਕਾਸੂ ਬ੍ਰਹਮਨੰਦ ਰੈਡੀ ਤੇ ਬਾਬੂ ਜਗਜੀਵਨ ਰਾਮ। ਠੀਕ ਹੈ ਜੀ। ਤਾਂ ਆਪਣੇ ਕੋਲ ਆਪਸ਼ਨ ਕਿਹੜਾ ਸਹੀ ਹੋ ਜਾਊਗਾ ਜੀ? ਆਪਣੇ ਕੋਲ ਆਪਸ਼ਨ ਸਹੀ ਹੋ ਜਾਊਗਾ HR ਗੋਖਲੇ। ਠੀਕ ਹੈ ਜੀ। ਉਸ ਸਮੇਂ ਦੀ ਜਿਹੜੀ ਪ੍ਰਧਾਨ ਮੰਤਰੀ ਸੀ, ਉਹਦੇ ਜਿਹੜਾ ਕਹਿ ਦਈਏ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਲੋਕ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਸੀਗਾ। ਅੰਤਿਮ ਨਤੀਜਾ ਬਣਿਆ ਸੀਗਾ 42ਵੀਂ ਸੰਵਿਧਾਨਕ ਸੋਧ ਐਕਟ 1976 ਬਣ ਗਿਆ ਸੀਗਾ। ਉਹਦੇ ਵਿੱਚ ਇਹਨੂੰ ਮਤਲਬ ਸਾਹਮਣੇ ਆ ਗਿਆ ਸੀਗਾ। ਤਾਂ ਇਹ ਬਿੱਲ ਜਿਹੜਾ ਪੇਸ਼ ਕੀਤਾ ਸੀਗਾ HR ਗੋਖਲੇ ਨੇ। ਠੀਕ ਹੈ ਜੀ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਪਰ ਆਪਾਂ। ਕਹਿੰਦੇ ਰਾਜ ਸਭਾ ਅਤੇ ਲੋਕ ਸਭਾ ਦਾ ਕੋਈ ਵੀ ਚੁਣਿਆ ਜਾਂ ਨਾਮਜ਼ਦ ਮੈਂਬਰ ਮੰਤਰੀ ਪਰਿਸ਼ਦ ਵਿੱਚ ਸ਼ਾਮਲ ਕੀਤਾ ਜਾ ਸਕਦਾ। ਠੀਕ ਹੈ, ਰਾਜ ਸਭਾ ਅਤੇ ਲੋਕ ਸਭਾ ਦਾ ਕੋਈ ਵੀ ਚੁਣਿਆ ਜਾਂ ਨਾਮਜ਼ਦ ਮੈਂਬਰ ਜਿਹੜਾ ਮੰਤਰੀ ਪਰਿਸ਼ਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਅੱਜ ਤੱਕ। ਤੇ ਦੂਜੀ ਕੰਡੀਸ਼ਨ ਹੈ ਕਿ ਅੱਜ ਤੱਕ ਰਾਜ ਸਭਾ ਦੇ ਕਿਸੇ ਵੀ ਨਾਮਜ਼ਦ ਮੈਂਬਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਕਹਿੰਦੇ ਵੀ ਰਾਜ ਸਭਾ ਦੇ ਵਿੱਚ ਕਿਸੇ ਵੀ ਨਾਮਜ਼ਦ ਮੈਂਬਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ। ਠੀਕ ਹੈ, ਆਪਣੇ ਕੋਲ ਆਪਸ਼ਨ ਹੈਗਾ ਸਿਰਫ ਇੱਕ ਸਹੀ ਹੈ ਵੀ ਰਾਜ ਸਭਾ ਤੇ ਲੋਕ ਸਭਾ ਦਾ ਚੁਣਿਆ ਨਾਮਜ਼ਦ ਮੈਂਬਰ ਮੰਤਰੀ ਪਰਿਸ਼ਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਆਪਸ਼ਨ 2 ਹੈਗਾ ਆਪਣੇ ਕੋਲੇ, ਕਹਿੰਦੇ 2 ਸਹੀ ਹੈ। ਇਹਦੇ ਵਿੱਚ ਕਿ ਅੱਜ ਤੱਕ ਰਾਜ ਸਭਾ ਦੇ ਕਿਸੇ ਵੀ ਨਾਮਜ਼ਦ ਮੈਂਬਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਆਪਸ਼ਨ C ਹੈ 1 ਤੇ 2 ਦੋਵੇਂ ਸਹੀ ਹੈ। ਆਪਸ਼ਨ D ਹੈਗਾ 1 ਤੇ 2 ਦੋਵੇਂ ਗਲਤ ਹੈ। ਠੀਕ ਹੈ ਜੀ। ਤਾਂ ਆਪਣੇ ਕੋਲੇ ਕੀ ਹੋ ਜਾਊਗਾ ਜੀ? 1 ਤੇ 2 ਦੋਵੇਂ ਸਹੀ ਨੇ। ਠੀਕ ਹੈ ਜੀ। ਰਾਜ ਸਭਾ ਤੇ ਲੋਕ ਸਭਾ ਦਾ ਚੁਣਿਆ ਜਾਂ ਨਾਮਜ਼ਦ ਮੈਂਬਰ ਹੈ ਜਿਹੜਾ ਮੰਤਰੀ ਪਰਿਸ਼ਦ ਵਿੱਚ ਸ਼ਾਮਲ ਕੀਤਾ ਜਾ ਸਕਦਾ। ਠੀਕ ਹੈ, ਤੇ ਅੱਜ ਤੱਕ ਰਾਜ ਸਭਾ ਦੇ ਕਿਸੇ ਵੀ ਨਾਮਜ਼ਦ ਮੈਂਬਰ ਨੂੰ ਮੰਤਰੀ ਮੰਡਲ ਦੇ ਵਿੱਚ ਕਹਿੰਦੇ ਸ਼ਾਮਲ ਨਹੀਂ ਕੀਤਾ ਗਿਆ। ਠੀਕ ਹੈ, ਆਪਸ਼ਨ ਆਪਣੇ ਕੋਲੇ ਇਹ ਪੁਰਾਣੇ ਪੇਪਰਾਂ ਦੇ ਪ੍ਰਸ਼ਨ ਉੱਤਰ ਨੇ। ਠੀਕ ਹੈ ਜੀ। ਇੱਕ ਮੰਤਰੀ ਨੂੰ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਸਦੀ ਕਮੇਟੀ ਦਾ ਮੈਂਬਰ ਨਹੀਂ ਚੁਣਿਆ ਜਾ ਸਕਦਾ? ਇੱਕ ਮੰਤਰੀ ਨੂੰ ਹੇਠ ਲਿਖੀਆਂ ਵਿੱਚੋਂ ਕਿਹੜੇ ਸੰਸਦੀ ਕਮੇਟੀ ਦਾ ਮੈਂਬਰ ਨਹੀਂ? ਤੁਹਾਨੂੰ ਪਤਾ ਹੈ ਵੀ ਮੰਤਰੀ ਹੈ ਜਿਹੜਾ ਆਪਣਾ ਜਿਹੜਾ ਮੰਤਰੀ ਉਹ ਕਈ ਕਮੇਟੀਆਂ ਦਾ ਮੈਂਬਰ ਹੁੰਦਾ। ਠੀਕ ਹੈ ਜੀ, ਪ੍ਰਧਾਨ ਹੁੰਦਾ। ਠੀਕ ਹੈ, ਉਹਨੂੰ ਕਹਿੰਦੇ ਆਪਾਂ ਮੈਂਬਰ ਨਹੀਂ ਚੁਣਿਆ ਜਾ ਸਕਦਾ। ਅਨੁਮਾਨ ਕਮੇਟੀ, ਠੀਕ ਹੈ ਜੀ, ਫਿਰ ਕਹਿੰਦੇ ਕਾਰਜ ਸਲਾਹਕਾਰ ਕਮੇਟੀ, ਫਿਰ ਕਹਿੰਦੇ ਮਹਿਲਾ ਸਸ਼ਕਤੀਕਰਨ ਕਮੇਟੀ, ਜਾਂ ਕਹਿੰਦੇ ਵਿਭਾਗੀ ਸਥਾਈ ਕਮੇਟੀ। ਕਿਹਦਾ ਮੈਂਬਰ ਨਹੀਂ ਚੁਣਿਆ ਜਾ ਸਕਦਾ? ਆਪਣੇ ਤੋਂ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਸਿਰਫ ਇੱਕ ਅਨੁਮਾਨ ਕਮੇਟੀ ਦਾ, 1 ਤੇ 2 ਅਨੁਮਾਨ ਕਮੇਟੀ ਤੇ ਕਾਰਜ ਸਲਾਹਕਾਰ ਕਮੇਟੀ ਦਾ, 1 ਤੇ 4 ਮਹਿਲਾ ਅਨੁਮਾਨ ਕਮੇਟੀ ਤੇ ਵਿਭਾਗੀ ਸਥਾਈ ਕਮੇਟੀ ਦਾ, 1 3 ਤੇ 4। ਠੀਕ ਹੈ, ਤਾਂ ਆਪਣੇ ਕੋਲ ਆਪਸ਼ਨ ਕੀ ਆ ਜਾਊਗਾ ਜੀ? 1 3 ਤੇ 4, ਇਕੱਲੇ 2 ਨੂੰ ਛੱਡ ਕੇ ਆਪਣੇ ਕੋਲ ਕੀ ਕਹਿ ਦੂਗਾ ਆਪਾਂ ਵੀ ਅਨੁਮਾਨ ਕਮੇਟੀ, ਮਹਿਲਾ ਸਸ਼ਕਤੀਕਰਨ ਕਮੇਟੀ ਤੇ ਵਿਭਾਗੀ ਸਥਾਈ ਕਮੇਟੀ ਦਾ ਮੈਂਬਰ ਹੈ ਜਿਹੜਾ ਮੰਤਰੀ ਨੂੰ ਚੁਣਿਆ ਜਾ ਸਕਦਾ, ਨਹੀਂ ਚੁਣਿਆ ਜਾ ਸਕਦਾ। ਠੀਕ ਹੈ, ਮੈਂਬਰ ਨਹੀਂ ਚੁਣਿਆ ਜਾ ਸਕਦਾ। ਤਾਂ ਆਪਣੇ ਕੋਲ ਆਪਸ਼ਨ ਕੀ ਇਹਦੇ ਵਿੱਚੋਂ ਕਹਿ ਦਾਂਗੇ ਆਪਾਂ ਵੀ ਜਿਹੜਾ ਕਾਰਜ ਸਲਾਹਕਾਰੀ ਕਮੇਟੀ ਦਾ ਮੈਂਬਰ ਉਹਨੂੰ ਚੁਣਿਆ ਜਾ ਸਕਦਾ, ਨਹੀਂ ਚੁਣਿਆ ਜਾ ਸਕਦਾ 1 3 ਤੇ 4 ਦੇ ਵਿੱਚ। ਠੀਕ ਹੈ ਜੀ। ਚਲੋ ਜੀ, ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਆਪਾਂ। ਸਧਾਰਨ ਬਹੁਮਤ ਸੰਸਦ ਮੈਂਬਰਾਂ ਦੁਆਰਾ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ? ਸਧਾਰਨ ਬਹੁਮਤ ਦੁਆਰਾ ਪੁੱਛ ਲਿਆ ਵੀ ਸੰਸਦ ਦੁਆਰਾ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ। ਆਪਸ਼ਨ ਆਪਣੇ ਕੋਲ 4 ਨੇ। ਆਪਸ਼ਨ A ਹੈਗਾ ਚੌਥੀ ਅਨੁਸੂਚੀ, ਆਪਸ਼ਨ 2 ਹੈਗਾ ਆਪਣੇ ਕੋਲੇ 5ਵੀਂ ਅਨੁਸੂਚੀ, ਆਪਸ਼ਨ 3 ਹੈਗਾ 7ਵੀਂ ਅਨੁਸੂਚੀ, ਆਪਸ਼ਨ 4 ਹੈਗਾ A ਤੇ C। ਠੀਕ ਹੈ ਜੀ। ਤਾਂ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ? ਆਪਸ਼ਨ ਆ ਜਾਊਗਾ D, ਕਿਹੜੀ ਅਨੁਸੂਚੀ ਦੇ ਵਿੱਚ ਸੰਵਿਧਾਨ ਦੀ ਸੋਧ ਨਹੀਂ ਕੀਤੀ ਜਾ ਸਕਦੀ? ਸਧਾਰਨ ਬਹੁਮਤ ਦੁਆਰਾ ਸੰਸਦ ਦੇ ਚੌਥੀ ਤੇ 7ਵੀਂ ਅਨੁਸੂਚੀ ਦੇ ਵਿੱਚ ਸੋਧ ਹੈ ਜਿਹੜੀ ਨਹੀਂ ਕੀਤੀ ਜਾ ਸਕਦੀ। ਠੀਕ ਹੈ ਜੀ। ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਆਪਾਂ। ਆਪਣੇ ਕੋਲੇ ਸੰਵਿਧਾਨ ਦੀ ਧਾਰਾ 83 ਮਤਲਬ ਆਰਟੀਕਲ 83(1) ਅਨੁਸਾਰ ਰਾਜ ਸਭਾ ਇੱਕ ਸਥਾਈ ਸਦਨ ਹੈ। ਠੀਕ ਹੈ, ਇਹ ਕਦੇ ਭੰਗ ਨਹੀਂ ਹੁੰਦੀ ਤੇ ਇਸ ਦਾ ਹਰ ਮੈਂਬਰ ਹੈ ਜਿਹੜਾ 6 ਸਾਲ ਤੱਕ ਰਾਜ ਸਭਾ ਦਾ ਮੈਂਬਰ ਰਹਿੰਦਾ। ਆਰਟੀਕਲ 83 ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਆਰਟੀਕਲ 83 ਦੇ ਵਿੱਚ ਕੀ ਹੈ ਜੀ?
ਆਰਟੀਕਲ 83 ਦੇ ਵਿੱਚ ਹੈਗੀ ਆ ਡਿਊਰੇਸ਼ਨ। ਠੀਕ ਹੈ, ਡਿਊਰੇਸ਼ਨ ਦਿੱਤੀ ਹੋਈ ਹੈਗੀ ਰਾਜ ਸਭਾ ਦੇ ਮੈਂਬਰਾਂ ਦੀ। ਤਾਂ ਡਿਊਰੇਸ਼ਨ ਦੇਖਦੇ ਆਪਾਂ, ਰਾਜ ਸਭਾ ਦੇ ਮੈਂਬਰ ਦੀ ਕਹਿੰਦੇ ਇੱਕ ਸਥਾਈ ਸਦਨ ਹੈ। ਠੀਕ ਹੈ, ਇਹਨਾਂ ਨੇ ਪੁੱਛਿਆ 83 ਸਥਾਈ ਸਦਨ ਹੈ ਜੀ, ਕਦੇ ਭੰਗ ਨਹੀਂ ਹੁੰਦੀ, ਇਹ ਵੀ ਆਪਾਂ ਨੂੰ ਪਤਾ ਵੀ ਕਦੇ ਭੰਗ ਨਹੀਂ ਹੁੰਦੀ। ਹਰ ਮੈਂਬਰ ਜਿਹੜੇ 6 ਸਾਲ ਤੱਕ ਰਾਜ ਸਭਾ ਦਾ ਮੈਂਬਰ ਰਹਿੰਦਾ। ਫਿਰ ਆਪਾਂ ਨੂੰ ਪਤਾ ਵੀ ਰਾਜ ਸਭਾ ਦੇ ਪਹਿਲੇ ਚੇਅਰਮੈਨ ਲਗਾਤਾਰ 2 ਵਾਰ ਬਿਨਾਂ ਵਿਰੋਧ ਦੇ ਅਹੁਦੇ 'ਤੇ ਬਣੇ ਰਹੇ। ਠੀਕ ਹੈ, ਇਹ ਕਹਿੰਦੇ ਰਾਜ ਸਭਾ ਦੇ ਪਹਿਲੇ 2 ਚੇਅਰਮੈਨ ਸੀਗੇ ਜਿਹੜੇ ਉਹ ਲਗਾਤਾਰ ਬਿਨਾਂ ਵਿਰੋਧ ਅਹੁਦੇ 'ਤੇ ਬਣੇ ਰਹੇ ਸੀਗੇ। ਠੀਕ ਹੈ, ਜਿਹੜਾ ਆਪਾਂ ਨੂੰ ਪਤਾ ਹੀ ਹੁੰਦਾ ਗਾ ਵੀ ਜਿਹੜਾ ਰਾਜ ਸਭਾ ਹੁੰਦਾ ਉਪ ਰਾਸ਼ਟਰਪਤੀ, ਇਹਦਾ ਆਪਾਂ ਕਹਿ ਦਈਏ ਪ੍ਰਧਾਨ ਜਿਹੜਾ ਕਹਿ ਦਈਏ ਅਧਿਅਕਸ਼ ਹੁੰਦਾ। ਠੀਕ ਹੈ ਜੀ, ਅਤੇ 83 ਪਰ 83 ਦੇ ਵਿੱਚ ਕੀ ਦਿੱਤਾ ਹੋਇਆ ਜੀ ਆਪਾਂ ਨੂੰ, 83 ਦੇ ਵਿੱਚ ਦਿੱਤੀ ਹੋਈ ਹੈ ਡਿਊਰੇਸ਼ਨ। ਠੀਕ ਹੈ, ਅਤੇ ਇਹਦੇ ਵਿੱਚ ਆਪਸ਼ਨ ਆਪਣੇ ਕੋਲ ਸਿਰਫ 1 ਸਹੀ ਹੈ, ਸਿਰਫ 2 ਸਹੀ ਹੈ, 1 ਅਤੇ 2 ਦੋਵੇਂ ਸਹੀ ਹੈ, 1 ਅਤੇ 2 ਦੋਵੇਂ ਗਲਤ ਹੈ। ਠੀਕ ਹੈ ਜੀ, ਤਾਂ ਆਪਣੇ ਕੋਲ ਆਪਸ਼ਨ ਕੀ ਸਹੀ ਹੋ ਜਾਊਗਾ ਜੀ, ਆਪਸ਼ਨ 2 ਸਹੀ ਹੈ। ਠੀਕ ਹੈ ਜੀ, ਕਿਉਂਕਿ 83 ਦੇ ਵਿੱਚ ਆਪਣੇ ਕੋਲ 83 ਵਿੱਚ ਕੀ ਦਿੱਤੀ ਹੋਈ ਹੈ, ਡਿਊਰੇਸ਼ਨ ਦਿੱਤੀ ਹੋਈ ਹੈ। ਠੀਕ ਹੈ ਜੀ, ਅਤੇ 6 ਸਾਲ ਤੱਕ ਦਾ ਸਮਾਂ। ਜਿਹੜਾ ਆਪਸ਼ਨ 2 ਆ ਜਾਊਗਾ ਇਹ ਸਹੀ ਹੋ ਜਾਊਗਾ ਜੀ। ਆਪਣੇ ਕੋਲ ਰਾਜ ਸਭਾ ਦੇ ਮੈਂਬਰ ਚੇਅਰਮੈਨ ਜਿਹੜੇ ਪਹਿਲੇ ਚੇਅਰਮੈਨ ਸੀਗੇ 2, ਉਹ ਕੀ ਸੀਗੇ 2 ਵਾਰ ਬਿਨਾਂ ਵਿਰੋਧ ਦੇ ਅਹੁਦੇ 'ਤੇ ਬਣੇ ਰਹੇ ਸੀਗੇ। ਠੀਕ ਹੈ ਜੀ, ਚਲੋ ਜੀ ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਆਪਾਂ। ਸੰਵਿਧਾਨਕ ਸੋਧ ਦੁਆਰਾ ਰਾਜ ਲੋਕ ਸੇਵਾ ਕਮਿਸ਼ਨ ਦੇ ਮੈਂਬਰਾਂ ਦੀ ਸੇਵਾ ਮੁਕਤੀ ਦੀ ਉਮਰ ਕਿਸ ਸਾਲ 60 ਸਾਲ ਤੋਂ ਵਧਾ ਕੇ 62 ਸਾਲ ਕਰਤੀ। ਠੀਕ ਹੈ ਜੀ, ਸੰਵਿਧਾਨਕ ਸੋਧ ਦੁਆਰਾ ਲੋਕ ਸੇਵਾ ਕਮਿਸ਼ਨ ਜਿਹੜਾ ਇਹਨਾਂ ਦੀ ਸੇਵਾ ਮੁਕਤੀ ਦੀ ਉਮਰ ਪੁੱਛ ਲਈ ਆਪਾਂ ਨੂੰ 60 ਸਾਲ ਤੋਂ ਵਧਾ ਕੇ ਕਹਿੰਦੇ 62 ਸਾਲ ਤੱਕ ਕਰਤੀ। ਕਿਹੜੇ ਸਾਲ ਕੀਤੀ ਗਈ ਸੀ? ਆਪਸ਼ਨ ਏ ਹੈਗਾ 1967, ਆਪਸ਼ਨ ਬੀ ਹੈਗਾ 1986, ਆਪਸ਼ਨ ਸੀ ਹੈਗਾ 1976, ਆਪਸ਼ਨ ਡੀ ਹੈਗਾ 2003। ਠੀਕ ਹੈ ਜੀ, ਆਪਸ਼ਨ ਸੀ ਹੈਗਾ 2000, ਆਪਣਾ ਡੀ ਹੈਗਾ 2003। ਤਾਂ ਆਪਣੇ ਕੋਲ ਆਪਸ਼ਨ ਕੀ ਸਹੀ ਹੋ ਜਾਊਗਾ ਜੀ, ਆਪਸ਼ਨ ਹੋ ਜਾਊਗਾ ਸੀ ਸਹੀ। ਠੀਕ ਹੈ ਜੀ, ਆਪਸ਼ਨ ਕੀ ਸਹੀ ਹੋ ਜਾਊਗਾ 1976 ਦੇ ਵਿੱਚ 60 ਸਾਲ ਤੋਂ ਵਧਾ ਕੇ 62 ਸਾਲ ਉਮਰ ਕਰਤੀ ਸੀਗੀ। ਇਹਨਾਂ ਦੀ ਉਹ ਉਮਰ ਕਰਤੀ ਸੀ ਲੋਕ ਸੇਵਾ ਕਮਿਸ਼ਨ ਦੇ ਮੈਂਬਰਾਂ ਦੀ। ਠੀਕ ਹੈ ਜੀ, ਲੋਕ ਸੇਵਾ ਕਮਿਸ਼ਨ ਦੇ ਮੈਂਬਰਾਂ ਦੀ। ਪ੍ਰਸ਼ਨ ਨੰਬਰ 14 ਇਹਦੇ ਵਿੱਚ ਕੀ ਹੈ ਜੀ ਆਪਣੇ ਕੋਲੇ, ਕਿਹੜੀ ਸੰਵਿਧਾਨਕ ਸੋਧ ਨੇ ਲੋਕ ਸਭਾ ਵਿੱਚ ਵੱਧ ਤੋਂ ਵੱਧ ਮੈਂਬਰਾਂ ਦੇ ਸੰਬੰਧ ਵਿੱਚ ਪਹਿਲੀ ਵੱਡੀ ਤਬਦੀਲੀ ਕੀਤੀ? ਸੰਵਿਧਾਨਕ ਸੋਧ ਹੋਈ ਹੈ, ਲੋਕ ਸਭਾ ਦੇ ਮੈਂਬਰ ਹੈ ਜੀ, ਇਹਨਾਂ ਦੇ ਵਿੱਚ ਵੱਧ ਤੋਂ ਵੱਧ ਮੈਂਬਰਾਂ ਦੇ ਸੰਬੰਧ ਦੇ ਵਿੱਚ ਪਹਿਲੀ ਵਾਰੀ ਵੱਡੀ ਤਬਦੀਲੀ ਕੀਤੀ ਹੈ। ਆਪਸ਼ਨ ਏ ਹੈਗਾ 7ਵੀਂ ਸੋਧ ਐਕਟ 1956, ਬੀ ਹੈਗਾ 31ਵੀਂ ਸੋਧ ਐਕਟ 1972, ਸੀ ਹੈਗਾ 52ਵੀਂ ਸੋਧ ਐਕਟ 1985 ਅਤੇ ਡੀ ਹੈਗਾ 56ਵੀਂ ਸੋਧ ਐਕਟ 1987। ਤਾਂ ਆਪਣੇ ਕੋਲ ਆਪਸ਼ਨ ਕੀ ਸਹੀ ਹੋ ਜਾਊਗਾ ਜੀ, ਆਪਸ਼ਨ ਡੀ ਸਹੀ ਹੋ ਜਾਊਗਾ। ਜਿੰਨਾ ਟਾਈਮ ਆਪਸ਼ਨ ਬੋਲਣ ਦੇ ਵਿੱਚ ਲਾਉਣਾ ਅਤੇ ਉਨੇ ਟਾਈਮ ਦੇ ਵਿੱਚ ਤੁਸੀਂ ਆਪਦਾ ਕਾਪੀ ਪੈਨ ਲੈ ਕੇ ਨਾਲ ਬੈਠਿਆ ਕਰੋ, ਤਾਂ ਜੋ ਆਪਣੀ ਜਿਹੜੀ ਤਿਆਰੀ ਨੂੰ ਆਪਾਂ ਚੈੱਕ ਕਰ ਸਕੀਏ ਵੀ ਕਿੱਥੋਂ ਤੱਕ ਆਪਣੀ ਜਿਹੜੀ ਤਿਆਰੀ ਜਾ ਰਹੀ ਹੈ। ਠੀਕ ਹੈ ਜੀ, ਅਤੇ ਇੱਕ ਆਪਣੇ 50 ਨੰਬਰਾਂ ਦਾ ਪੂਰਾ ਬਣਾ ਕੇ ਰੱਖ ਲਿਆ ਕਰੋ। 50 ਨੰਬਰਾਂ ਦੇ ਵਿੱਚੋਂ ਆਪਣੇ ਨੰਬਰ ਲੈ ਲਿਆ ਕਰੋ, ਲਾਸਟ ਦੇ ਵਿੱਚ ਆਪਣੇ ਆਪ ਨੂੰ ਦੇਖ ਲਿਆ ਕਰੋ ਵੀ ਅਸੀਂ ਕਿੱਥੇ ਕੁ ਖੜੇ ਹਾਂ। ਠੀਕ ਹੈ ਜੀ, ਅਗਲਾ ਪ੍ਰਸ਼ਨ ਹੈਗਾ ਅੰਤਰਰਾਜੀ ਪਰਿਸ਼ਦ ਦੇ ਗਠਨ ਦੀ ਸਿਫਾਰਿਸ਼ ਹੇਠ ਲਿਖੇ ਵਿੱਚੋਂ ਕਿਸ ਦੁਆਰਾ ਕੀਤੀ ਗਈ ਸੀ? ਅੰਤਰਰਾਜੀ ਪਰਿਸ਼ਦ ਦੇ ਗਠਨ ਦੀ ਸਿਫਾਰਿਸ਼ ਹੇਠ ਲਿਖੇ ਵਿੱਚੋਂ ਕਿਸ ਦੁਆਰਾ ਕੀਤੀ ਗਈ ਹੈ ਜੀ ਅੰਤਰਰਾਜੀ ਪਰਿਸ਼ਦ ਦੀ ਸਿਫਾਰਿਸ਼? ਪਹਿਲਾ ਪ੍ਰਸ਼ਾਸਕੀ ਸੁਧਾਰ ਕਮਿਸ਼ਨ, ਬੀ ਹੈਗਾ ਸਰਕਾਰੀਆ ਕਮਿਸ਼ਨ, ਸੀ ਹੈਗਾ ਰਾਜਮਨਾਰ ਕਮੇਟੀ, ਤਾਂ ਡੀ ਹੈਗਾ ਉਪਰੋਕਤ ਸਾਰੇ। ਆਪਸ਼ਨ ਕੀ ਆ ਜਾਊਗਾ ਜੀ ਇਹਨਾਂ ਦੇ ਵਿੱਚੋਂ ਆਪਣਾ? ਆਪਸ਼ਨ ਡੀ ਆ ਜਾਊਗਾ, ਅੰਤਰਰਾਜੀ ਪਰਿਸ਼ਦ ਦੇ ਗਠਨ ਦੀ ਸਿਫਾਰਿਸ਼ ਹੇਠ ਲਿਖੇ ਵਿੱਚੋਂ ਕਿਸ ਦੁਆਰਾ ਕੀਤੀ ਗਈ? ਪਹਿਲਾ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਆ ਜਾਊਗਾ ਜੀ, ਸਰਕਾਰੀਆ ਕਮਿਸ਼ਨ ਵੀ ਆ ਜਾਊਗਾ, ਰਾਜਮਨਾਰ ਕਮੇਟੀ ਵੀ ਆ ਜਾਊਗਾ। ਇਹਨਾਂ ਦੁਆਰਾ ਇਹਦੀ ਸਿਫਾਰਿਸ਼ ਕੀਤੀ ਗਈ ਹੈ, ਅੰਤਰਰਾਜੀ ਪਰਿਸ਼ਦ ਦੇ ਗਠਨ ਦੀ ਸਿਫਾਰਿਸ਼। ਠੀਕ ਹੈ ਜੀ, ਚਲੋ ਜੀ ਪ੍ਰਸ਼ਨ ਨੰਬਰ ਚੱਲਦੇ ਆ 16 ਦੇ ਉੱਪਰ। 1946 ਵਿੱਚ ਭਾਰਤ ਦੀ ਸੰਵਿਧਾਨ ਸਭਾ ਵਿੱਚ ਬਿਹਾਰ ਤੋਂ ਚੁਣੀ ਗਈ ਇੱਕ ਇਕਲੌਤੀ ਮੈਂਬਰ ਸੀਗੀ। ਠੀਕ ਹੈ ਜੀ, ਬਿਹਾਰ ਤੋਂ ਇੱਕ ਇਕਲੌਤੀ ਮੈਂਬਰ ਹੈ ਜਿਹੜੀ ਕਿ ਚੁਣੀ ਗਈ ਸੀ ਸੰਵਿਧਾਨ ਸਭਾ ਦੇ ਵਿੱਚ। ਇਹਦਾ ਨਾਮ ਪੁੱਛ ਲਿਆ ਆਪਾਂ ਨੂੰ ਕੀ ਸੀਗਾ। ਠੀਕ ਹੈ ਜੀ, ਆਪਣੇ ਕੋਲੇ ਮਾਲਤੀ ਚੌਧਰੀ ਆ, ਆਪਸ਼ਨ ਬੀ ਹੈਗਾ ਸੁਚੇਤਾ ਕ੍ਰਿਪਲਾਨੀ ਆ, ਆਪਸ਼ਨ ਸੀ ਹੈਗਾ ਕਮਲਾ ਚੌਧਰੀ, ਆਪਸ਼ਨ ਡੀ ਹੈਗਾ ਸਰੋਜਨੀ ਨਾਇਡੂ। ਠੀਕ ਹੈ ਜੀ, ਤਾਂ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ? ਆਪਸ਼ਨ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ? ਆਪਸ਼ਨ ਆਪਣੇ ਕੋਲੇ ਡੀ ਆ ਜਾਊਗਾ। ਠੀਕ ਹੈ ਜੀ, 1946 ਵਿੱਚ ਭਾਰਤ ਦੀ ਸੰਵਿਧਾਨ ਸਭਾ ਦੇ ਵਿੱਚ ਬਿਹਾਰ ਤੋਂ ਚੁਣੀ ਗਈ ਇੱਕ ਇਕਲੌਤੀ ਮੈਂਬਰ ਸੀਗੀ, ਜਿਹੜੀ ਔਰਤ ਮੈਂਬਰ ਸੀਗੀ ਉਹ ਸੀ ਸਰੋਜਨੀ ਨਾਇਡੂ। ਪ੍ਰਸ਼ਨ ਨੰਬਰ 17 ਹੈਗਾ ਹੇਠ ਲਿਖੀਆਂ ਕਮੇਟੀਆਂ ਵਿੱਚੋਂ ਕਿਸ ਦੀ ਰਿਪੋਰਟ ਦੇ ਆਧਾਰ 'ਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਨਾਲ ਸੰਬੰਧਿਤ 69ਵਾਂ ਸੰਵਿਧਾਨਕ ਸੋਧ ਐਕਟ 1991 ਪਾਸ ਕੀਤਾ ਗਿਆ ਸੀਗਾ? ਠੀਕ ਹੈ ਜੀ, ਤਾਂ ਆਪਣੇ ਕੋਲੇ ਆਪਸ਼ਨ ਹੈਗਾ NS ਤਾਰਕੁੰਡੇ ਕਮੇਟੀ, ਬਾਲ ਕ੍ਰਿਸ਼ਨ ਕਮੇਟੀ, ਕੇ ਸੰਥਾਨਮ ਕਮੇਟੀ ਅਤੇ ਵੋਹਰਾ ਕਮੇਟੀ। ਆਪਣੇ ਕੋਲੇ ਆਪਸ਼ਨ ਹੈਗਾ ਬੀ ਜਿਹੜਾ ਆਪਣਾ ਆਪਸ਼ਨ ਹੈ ਸਹੀ ਹੋ ਜਾਊਗਾ। ਕਹਿੰਦੇ ਹੇਠ ਲਿਖਿਆ ਕਿ ਕਿਸ ਦੀ ਰਿਪੋਰਟ ਦੇ ਆਧਾਰ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਖੇਤਰ ਹੈ ਜਿਹੜਾ ਇਹਦੇ ਸੰਬੰਧ ਦੇ ਵਿੱਚ 69ਵਾਂ ਸੰਵਿਧਾਨਕ ਸੋਧ ਐਕਟ 1991 ਜਿਹੜਾ ਪਾਸ ਕੀਤਾ ਗਿਆ ਸੀ। ਤਾਂ ਆਪਣੇ ਕੋਲ ਆਪਸ਼ਨ ਕੀ ਸਹੀ ਹੋ ਜਾਊਗਾ ਜੀ? ਬਾਲ ਕ੍ਰਿਸ਼ਨ ਕਮੇਟੀ ਦੇ ਆਧਾਰ 'ਤੇ। ਚਲੋ ਜੀ, ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਿਆਂ, ਆਜ਼ਾਦੀ, ਸਮਾਨਤਾ ਦੀਆਂ ਕਿੰਨੀਆਂ ਕਿਸਮਾਂ ਦਾ ਉਸੇ ਕ੍ਰਮ ਵਿੱਚ ਜ਼ਿਕਰ ਕੀਤਾ ਗਿਆ ਜੀ? ਠੀਕ ਹੈ, ਆਪਾਂ ਨੂੰ ਕ੍ਰਮਵਾਰ ਲਾਉਣਾ ਨਿਆਂ, ਆਜ਼ਾਦੀ ਅਤੇ ਸਮਾਨਤਾ ਨੂੰ। ਠੀਕ ਹੈ, ਕਹਿੰਦੇ ਵੀ ਨਿਆਂ, ਆਜ਼ਾਦੀ ਅਤੇ ਸਮਾਨਤਾ ਦੀਆਂ ਕਿੰਨੀਆਂ ਕਿਸਮਾਂ ਦਾ ਉਸੇ ਕ੍ਰਮ ਵਿੱਚ ਜ਼ਿਕਰ ਕੀਤਾ ਗਿਆ? ਆਪਣੇ ਕੋਲੇ ਆਪਸ਼ਨ ਹੈਗਾ 2 5 3 3 2 5 3 5 2 1 5 3। ਠੀਕ ਹੈ ਜੀ, ਤਾਂ ਆਪਣੇ ਕੋਲੇ ਆਪਸ਼ਨ ਕੀ ਸਹੀ ਹੋ ਜਾਊਗਾ ਜੀ? ਆਪਣੇ ਕੋਲੇ ਆਪਸ਼ਨ ਸੀ ਸਹੀ ਹੋ ਜਾਊਗਾ। ਠੀਕ ਹੈ ਜੀ, ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਆਪਾਂ। ਜੇਕਰ ਆਰਟੀਕਲ 201 ਦੇ ਤਹਿਤ ਰਾਸ਼ਟਰਪਤੀ ਨੂੰ ਭੇਜਿਆ ਗਿਆ ਕੋਈ ਬਿੱਲ ਮੁੜ ਵਿਚਾਰ ਲਈ ਸਦਨਾਂ ਨੂੰ ਭੇਜਿਆ ਜਾਂਦਾ ਹੈ,
ਰਾਸ਼ਟਰਪਤੀ ਨੂੰ ਭੇਜਿਆ ਗਿਆ ਕੋਈ ਬਿੱਲ ਮੁੜ ਵਿਚਾਰ ਦੇ ਲਈ ਸਦਨਾਂ ਨੂੰ ਭੇਜਿਆ ਜਾਂਦਾ ਤਾਂ ਸਦਨਾਂ ਲਈ ਕਿਸ ਮਿਆਦ ਦੇ ਅੰਦਰ ਇਸ 'ਤੇ ਮੁੜ ਵਿਚਾਰ ਕਰਨਾ ਹੁੰਦਾ, ਵੀ ਕਿੰਨੇ ਟਾਈਮ ਦੇ ਅੰਦਰ ਉਹਨਾਂ ਨੂੰ ਮੁੜ ਵਿਚਾਰ ਕਰਕੇ ਜਿਹੜਾ ਬਿੱਲ ਹੈ ਜਿਹੜਾ ਦੁਬਾਰਾ ਉਹਨਾਂ ਨੂੰ ਵਾਪਸ ਭੇਜਣਾ ਹੁੰਦਾ। ਤਾਂ ਆਪਣੇ ਕੋਲੇ 6 ਹਫ਼ਤੇ, 6 ਮਹੀਨੇ, 4 ਮਹੀਨੇ ਜਾਂ ਕੋਈ ਸਮਾਂ ਨਹੀਂ। ਤਾਂ ਆਪਣੇ ਕੋਲੇ ਕੀ ਆ ਜਾਊਗਾ ਜੀ, ਆਪਸ਼ਨ ਬੀ ਆ ਜਾਊਗਾ, ਵੀ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਬਿੱਲ ਹੈ ਜਿਹੜਾ ਮੁੜ ਵਿਚਾਰ ਕਰਨ ਦੇ ਲਈ ਆਪਾਂ ਨੂੰ ਭੇਜਣਾ ਜ਼ਰੂਰੀ ਹੈ, ਮੁੜ ਵਿਚਾਰ ਕਰਕੇ ਵਾਪਸ ਭੇਜਣਾ 6 ਮਹੀਨੇ ਦੇ ਅੰਦਰ ਅੰਦਰ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪ੍ਰਸ਼ਨ ਆਇਆ ਉਹ ਕਹਿੰਦਾ ਵੀ 1969 ਵਿੱਚ ਪਹਿਲੀ ਵਾਰੀ ਰਸਮੀ ਤੌਰ ਤੇ ਮਾਨਤਾ ਪ੍ਰਾਪਤ ਵਿਰੋਧੀ ਧਿਰ ਦਾ ਨੇਤਾ ਕਿਸ ਪਾਰਟੀ ਤੋਂ ਚੁਣਿਆ ਗਿਆ ਸੀਗਾ। ਠੀਕ ਹੈ, ਪਹਿਲੀ ਵਾਰੀ ਕਹਿੰਦੇ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿਸ ਪਾਰਟੀ ਤੋਂ ਚੁਣਿਆ ਗਿਆ ਸੀ, ਕਦੋਂ ਜੀ, 1969 ਵਿੱਚ ਪਹਿਲੀ ਵਾਰੀ ਰਸਮੀ ਤੌਰ ਤੇ ਮਾਨਤਾ ਪ੍ਰਾਪਤ ਵਿਰੋਧੀ ਧਿਰ ਦਾ ਨੇਤਾ ਕਿਸ ਪਾਰਟੀ ਦੁਆਰਾ ਚੁਣਿਆ ਗਿਆ ਸੀਗਾ। ਆਪਣੇ ਕੋਲੇ 4 ਪਾਰਟੀਆਂ ਨੇ, ਭਾਰਤੀ ਜਨਸੰਘ, ਆਪਸ਼ਨ ਬੀ ਹੈਗਾ ਸੁਤੰਤਰ ਪਾਰਟੀ, ਆਪਸ਼ਨ ਸੀ ਹੈਗਾ ਭਾਰਤੀ ਰਾਸ਼ਟਰੀ ਕਾਂਗਰਸ ਤੇ ਭਾਰਤੀ ਕਮਿਊਨਿਸਟ ਪਾਰਟੀ। ਠੀਕ ਹੈ ਜੀ, ਆਪਣੇ ਕੋਲੇ ਆਪਸ਼ਨ 4 ਨੇ। ਤਾਂ ਆਪਣੇ ਕੋਲੇ ਕੀ ਆ ਜਾਊਗਾ ਜੀ, ਆਪਸ਼ਨ ਆ ਜਾਊਗਾ ਸੀ। ਜੇ ਆਪਾਂ ਨੂੰ ਨੇਤਾ ਦਾ ਨਾਮ ਪੁੱਛ ਲਿਆ ਤਾਂ ਨੇਤਾ ਦਾ ਨਾਮ ਹੈਗਾ ਰਾਮ ਸੁਭਾਗ ਸਿੰਘ। ਰਾਮ ਸੁਭਾਗ ਸਿੰਘ, ਰਾਮ ਸੁਭਾਗ ਸਿੰਘ। ਠੀਕ ਹੈ ਜੀ, ਨੇਤਾ ਦਾ ਕੀ ਨਾਮ ਹੈ ਜੀ, ਰਾਮ ਸੁਭਾਗ ਸਿੰਘ। 1969 ਵਿੱਚ ਪਹਿਲੀ ਵਾਰ ਰਸਮੀ ਤੌਰ ਤੇ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਸੀਗਾ ਰਾਮ ਸੁਭਾਗ ਸਿੰਘ, ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿੱਚੋਂ। ਠੀਕ ਹੈ ਜੀ, ਚਲੋ ਜੀ। ਧਾਰਾ 368 ਦੇ ਤਹਿਤ ਸੰਸਦ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਸੰਵਿਧਾਨ ਦੇ ਕਿਸੇ ਵੀ ਹਿੱਸੇ ਵਿੱਚ ਸੋਧ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਜੀ। ਗੋਕਲਨਾਥ ਕੇਸ 1967 ਵਿੱਚ ਸੁਪਰੀਮ ਕੋਰਟ ਦੁਆਰਾ, 24ਵਾਂ ਸੰਵਿਧਾਨਕ ਸੋਧ ਐਕਟ 1971 ਦੁਆਰਾ, ਕੇਸ਼ਵਾਨੰਦ ਭਾਰਤੀ ਕੇਸ 1973 ਵਿੱਚ ਸੁਪਰੀਮ ਕੋਰਟ ਦੁਆਰਾ, 42ਵੇਂ ਸੰਵਿਧਾਨਕ ਸੋਧ ਐਕਟ 1976 ਦੁਆਰਾ। ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ, ਬੀ ਆ ਜਾਊਗਾ, 24ਵਾਂ ਸੰਵਿਧਾਨਕ ਸੋਧ ਐਕਟ 1971 ਦੁਆਰਾ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਪਰ। ਮੁੱਖ ਚੋਣ ਕਮਿਸ਼ਨਰ ਦੇ ਸੰਬੰਧ ਵਿੱਚ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਪੂਰਾ ਹੋਵੇ, ਜਾਂ ਤਾਂ 6 ਸਾਲ ਪੂਰੇ ਹੋ ਜਾਣ ਜਾਂ 65 ਸਾਲ ਪੂਰੇ ਹੋ ਜਾਣ, ਦਾ ਕਾਰਜਕਾਲ ਕਦੋਂ ਤੈਅ ਕੀਤਾ ਗਿਆ ਸੀਗਾ। ਮੁੱਖ ਚੋਣ ਕਮਿਸ਼ਨਰ, ਇਹਦਾ ਕਾਰਜਕਾਲ ਕਦੋਂ ਤੈਅ ਕੀਤਾ ਗਿਆ ਸੀਗਾ, 1952 ਦੇ ਵਿੱਚ, ਆਪਸ਼ਨ ਬੀ ਹੈਗਾ 1958 ਦੇ ਵਿੱਚ, ਆਪਸ਼ਨ ਸੀ ਹੈਗਾ 1967 ਦੇ ਵਿੱਚ ਤੇ ਆਪਸ਼ਨ ਡੀ ਹੈਗਾ 1972 ਦੇ ਵਿੱਚ। ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ, 1972 ਦੇ ਵਿੱਚ। ਆਪਸ਼ਨ ਕੀ ਆ ਜਾਊਗਾ, ਬੀ ਆ ਜਾਊਗਾ, ਮੁੱਖ ਚੋਣ ਕਮਿਸ਼ਨਰ ਦੇ ਸੰਬੰਧ ਵਿੱਚ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਪੂਰਾ ਹੋਵੇ ਦਾ ਕਾਰਜਕਾਲ ਜਿਹੜਾ ਤੈਅ ਕੀਤਾ ਗਿਆ ਸੀ 1972 ਦੇ ਵਿੱਚ। ਭਾਰਤੀ ਸੰਵਿਧਾਨ ਦੇ ਕਿਸ ਸੋਧ ਐਕਟ ਨਾਲ ਸੰਬੰਧਿਤ ਬਿੱਲ ਨੂੰ ਵਿਭਾਗ ਵਿਰੋਧੀ ਬਿੱਲ ਕਿਹਾ ਗਿਆ ਜੀ। ਕਿਹੜੇ ਬਿੱਲ ਨੂੰ ਵਿਭਾਗ ਵਿਰੋਧੀ ਬਿੱਲ ਕਿਹਾ ਗਿਆ, ਇਹ ਕਹਿੰਦੇ ਭਾਰਤੀ ਸੰਵਿਧਾਨ ਦੇ ਕਿਸ ਸੋਧ ਐਕਟ ਨਾਲ ਸੰਬੰਧਿਤ ਬਿੱਲ ਨੂੰ ਵਿਭਾਗ ਵਿਰੋਧੀ ਬਿੱਲ। ਠੀਕ ਹੈ, ਅਲਗਾਵ ਵਿਰੋਧੀ ਬਿੱਲ ਵੀ ਕਹਿ ਦਿੰਦੇ ਇਹਨੂੰ ਆਪਾਂ। 11ਵੀਂ ਸੰਵਿਧਾਨਕ ਸੋਧ ਐਕਟ ਹੋਇਆ ਸੀ 1961 ਦੇ ਵਿੱਚ, 16ਵੀਂ ਸੋਧ ਐਕਟ 1973 ਦੇ ਵਿੱਚ, 24ਵੀਂ ਸੋਧ ਐਕਟ 1971 ਦੇ ਵਿੱਚ, ਜਾਂ 37ਵੀਂ ਸੋਧ ਐਕਟ 1975 ਦੇ ਵਿੱਚ। ਤਾਂ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ, ਆਪਸ਼ਨ ਆ ਜਾਊਗਾ ਬੀ, 16ਵੀਂ ਸੋਧ ਐਕਟ 1973 ਦੇ ਵਿੱਚ। ਠੀਕ ਹੈ ਜੀ, ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ। ਸੰਸਦ ਨੂੰ ਰਾਸ਼ਟਰੀ ਐਮਰਜੈਂਸੀ ਦੌਰਾਨ ਰਾਜ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਅਨੁਛੇਦ ਦੇ ਤਹਿਤ ਪ੍ਰਾਪਤ ਹੁੰਦਾ ਜੀ। ਠੀਕ ਹੈ ਜੀ, ਸੰਸਦ ਨੂੰ ਰਾਸ਼ਟਰੀ ਐਮਰਜੈਂਸੀ ਦੌਰਾਨ ਰਾਜ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜਾ ਕਿਸ ਅਨੁਛੇਦ ਦੇ ਤਹਿਤ ਪ੍ਰਾਪਤ ਹੁੰਦਾ ਹੈ। ਆਪਣੇ ਕੋਲੇ ਆਪਸ਼ਨ ਹੈਗੇ ਨੇ 4, ਆਰਟੀਕਲ 250, ਆਰਟੀਕਲ 351, ਆਰਟੀਕਲ 140, ਆਰਟੀਕਲ 360। ਤਾਂ ਇੱਥੇ ਕੀ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ, ਆਪਸ਼ਨ ਆ ਜਾਊਗਾ ਏ, ਆਰਟੀਕਲ 250। ਠੀਕ ਹੈ ਜੀ, ਚੱਲਦੇ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ। ਪ੍ਰਸਤਾਵਨਾ ਦੇ ਖਰੜੇ 17 ਅਕਤੂਬਰ 1949 ਨੂੰ ਬਹਿਸ ਦੇ ਦੌਰਾਨ ਪ੍ਰਸਤਾਵਨਾ ਵਿੱਚ ਰੱਬ ਸ਼ਬਦ ਜੋੜਨ ਦੇ ਲਈ ਸੋਧ ਦਾ ਪ੍ਰਸਤਾਵ ਕਿਸ ਨੇ ਪੇਸ਼ ਕੀਤਾ ਸੀਗਾ। ਕਹਿੰਦੇ ਵੀ ਆਪਣੀ ਜਿਹੜੀ ਪ੍ਰੈਂਬਲ ਹੈ, ਜਿਵੇਂ ਆਪਾਂ ਸ਼ੁਰੂ ਕਰਦੇ ਹਾਂ ਵੀ ਆਰ ਦਾ ਪੀਪਲ ਆਫ ਇੰਡੀਆ। ਠੀਕ ਹੈ, ਤਾਂ ਇਹ ਕਹਿੰਦੇ ਵੀ ਇਹਦੇ ਵਿੱਚ ਰੱਬ ਸ਼ਬਦ ਜੋੜ ਦਿਓ, ਕਹਿੰਦੇ ਗੋਡ ਸ਼ਬਦ ਜੋੜ ਦਿਓ, ਈਸ਼ਵਰ ਸ਼ਬਦ ਜੋੜ ਦਿਓ। ਇਹਦੇ ਵਿੱਚ ਬਹਿਸ ਹੋਈ 17 ਅਕਤੂਬਰ 1949 ਨੂੰ। ਬਹਿਸ ਦੇ ਦੌਰਾਨ ਕਹਿੰਦੇ ਪ੍ਰਸਤਾਵਨਾ ਦੇ ਵਿੱਚ ਰੱਬ ਸ਼ਬਦ ਜੋੜ ਦਿਓ। ਇਹਦਾ ਪ੍ਰਸਤਾਵ ਜਿਹੜਾ ਕਿਹਨੇ ਪੇਸ਼ ਕੀਤਾ ਸੀ। ਆਪਣੇ ਕੋਲੇ 4 ਆਪਸ਼ਨ ਨੇ, ਬ੍ਰਜੇਸ਼ਵਰ ਪ੍ਰਸਾਦ, ਜੇ ਬੀ ਕ੍ਰਿਪਲਾਨੀ, ਐਚ ਕਾਮਤ ਤੇ ਪੂਰਨਿਮਾ ਬੈਨਰਜੀ। ਇਹ ਕਹਿੰਦੇ ਆ ਵੀ ਆਪਣੇ ਕੋਲੇ 4 ਹੀ ਆਪਸ਼ਨ ਹੈ ਜਿਹੜੇ, ਇਹਨਾਂ ਦੇ ਵਿੱਚੋਂ ਇੱਕ ਆਪਸ਼ਨ ਹੈ ਵੀ ਕਹਿੰਦਾ ਰੱਬ ਸ਼ਬਦ ਜੋੜ ਦਿਓ। ਇਹ ਕਹਿੰਦਾ ਰੱਬ ਕਿਵੇਂ ਜੋੜੋ, ਰੱਬ ਸ਼ਬਦ ਆ ਜਿਹੜਾ ਰੱਬ ਸ਼ਬਦ ਜੋੜ ਦਿਓ, ਕਹਿੰਦੇ ਵੀ ਇਨ ਦਾ ਨੇਮ ਆਫ ਗੋਡ ਵੀ ਦਾ ਪੀਪਲ ਆਫ ਇੰਡੀਆ। ਠੀਕ ਹੈ, ਆਪਾਂ ਹੁਣ ਜਿਹੜੀ ਪ੍ਰਸਤਾਵਨਾ ਹੈ ਇਹ ਕਹਿੰਦੇ ਇੱਥੋਂ ਸ਼ੁਰੂ ਕਰੋ, ਇਨ ਦਾ ਨੇਮ ਆਫ ਗੋਡ ਵੀ ਦਾ ਪੀਪਲ ਆਫ ਇੰਡੀਆ। ਠੀਕ ਹੈ ਜੀ, ਰੱਬ ਦੇ ਨਾਮ ਤੇ ਅਸੀਂ ਭਾਰਤ ਦੇ ਲੋਕ। ਠੀਕ ਹੈ ਜੀ, ਤਾਂ ਇਹ ਪ੍ਰਸਤਾਵ ਹੈ ਜਿਹੜਾ ਇਹਦੇ 'ਤੇ ਬਹੁਤ ਬਹਿਸ ਹੋਈ। ਠੀਕ ਹੈ, ਉਧਰ ਤੁਹਾਨੂੰ ਪਤਾ ਹੀ ਹੈ ਵੀ ਡਾਕਟਰ ਬੀ ਆਰ ਅੰਬੇਡਕਰ ਬੈਠਾ ਸੀਗਾ, ਜਿਹਨੇ ਕਿ ਕਿੰਨੇ ਹੀ ਸੰਵਿਧਾਨਾਂ ਦਾ ਜਿਹੜਾ ਕਿ ਅਧਿਐਨ ਕਰ ਰੱਖਿਆ ਸੀਗਾ। ਤੇ ਇਹ ਕਹਿੰਦੇ ਵੀ ਰੱਬ ਸ਼ਬਦ ਜੋੜ ਦਿਓ। ਹੁਣ ਕੁਝ ਲੋਕ ਮੰਨਣ ਵਾਲੇ ਆ, ਕੁਝ ਲੋਕ ਨਹੀਂ ਮੰਨਣ ਵਾਲੇ। ਠੀਕ ਹੈ, ਅਸੀਂ ਰੱਬ ਦੇ ਬੰਦੇ, ਭਾਰਤ ਦੇ ਲੋਕ, ਇਹ ਸ਼ਬਦ ਜਿਹੜਾ ਜੋੜਨ ਦੇ ਲਈ ਜਿਹੜੀ ਬਹਿਸ ਦੇ ਸੋਧ ਦਾ ਪ੍ਰਸਤਾਵ ਦਿੱਤਾ ਸੀਗਾ, ਇਹ ਦਿੱਤਾ ਸੀਗਾ ਜੀ ਆਪਣਾ ਐਚ ਵੀ ਕਾਮਤ ਨੇ। ਆਪਣੇ ਕੋਲ ਆਪਸ਼ਨ ਕੀ ਆ ਜਾਊਗਾ, ਐਚ ਵੀ ਕਾਮਤ। ਠੀਕ ਹੈ ਜੀ, ਆਪਸ਼ਨ ਕੀ ਆ ਜਾਊਗਾ, ਐਚ ਵੀ ਕਾਮਤ। ਚੱਲਦੇ ਜੀ ਅਗਲੇ ਪ੍ਰਸ਼ਨ ਦੇ ਉੱਪਰ।
ਸਮਵਰਤੀ ਸੂਚੀ ਦੇ ਵਿਸ਼ਿਆਂ ਵਿੱਚ ਆਮ ਤੌਰ ਤੇ ਕਾਰਜਕਾਰੀ ਸ਼ਕਤੀਆਂ ਕਹਿੰਦੇ ਕਿਹਦੇ ਕੋਲੇ ਹੁੰਦੀਆਂ। ਸਮਵਰਤੀ ਸੂਚੀ ਸਟੇਟ ਸੂਚੀ ਹੁੰਦੀ ਹੈ, ਕੇਂਦਰ ਸੂਚੀ ਹੁੰਦੀ ਹੈ, ਇੱਕ ਸਮਵਰਤੀ ਸੂਚੀ ਹੁੰਦੀ ਹੈ। ਇਹਦੇ ਵਿੱਚ ਜਿਹੜੀਆਂ ਆਮ ਤੌਰ ਤੇ ਕਾਰਜਕਾਰੀ ਸ਼ਕਤੀਆਂ ਜਿਹੜੀਆਂ ਕਹਿੰਦੇ ਕਿਹਦੇ ਕੋਲੇ ਹੁੰਦੀਆਂ ਨੇ, ਤਾਂ ਆਪਣੇ ਕੋਲੇ ਆਪਸ਼ਨ ਆ ਗਏ ਨੇ ਕੇਂਦਰ ਦੇ ਕੋਲ, ਰਾਜ ਦੇ ਕੋਲ। ਕੇਂਦਰ ਤੇ ਰਾਜ ਦੋਵੇਂ, ਨਾ ਤਾਂ ਕਹਿੰਦੇ ਕੇਂਦਰ ਕੋਲੇ ਤੇ ਨਾ ਹੀ ਰਾਜ ਕੋਲੇ। ਠੀਕ ਹੈ ਜੀ, ਤਾਂ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ, ਇੱਥੇ ਆਪਸ਼ਨ ਆ ਜਾਊਗਾ ਬੀ ਆ ਜਾਊਗਾ। ਠੀਕ ਹੈ, ਆਪਸ਼ਨ ਕੀ ਆ ਜਾਊਗਾ, ਬੀ ਆ ਜਾਊਗਾ। ਚਲੋ ਜੀ, ਹੇਠ ਲਿਖਿਆਂ ਵਿੱਚੋਂ ਕਿਸ ਨੇ ਆਲ ਇੰਡੀਆ ਸੇਵਾਵਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਸਿਫਾਰਿਸ਼ ਕੀਤੀ। ਅਖਿਲ ਭਾਰਤੀ ਸੇਵਾਵਾਂ ਜਿਹੜੀਆਂ ਕਹਿ ਦੀ ਇਹਨਾਂ ਨੂੰ ਪੂਰੀ ਤਰ੍ਹਾਂ ਤੇ ਖਤਮ ਕੀਤਾ ਜਾਵੇ। ਕਿਹੜੇ ਕਮਿਸ਼ਨ ਨੇ ਜਿਹੜੀ ਇਹਦੀ ਸਿਫਾਰਿਸ਼ ਕੀਤੀ ਹੈ, ਆਪਾਂ ਨੂੰ ਕਮਿਸ਼ਨ ਪੁੱਛਿਆ ਆਲ ਇੰਡੀਆ ਸੇਵਾਵਾਂ। ਠੀਕ ਹੈ ਜੀ, ਤਾਂ ਆਪਣੇ ਕੋਲ ਹੈਗੀ ਹੈ ਚੇਲੀਆ ਕਮੇਟੀ, ਸੇਤਲਵਾੜ ਕਮੇਟੀ, ਮਲੀਮਥ ਕਮੇਟੀ, ਰਾਜ ਮன்னாਰ ਕਮੇਟੀ। ਠੀਕ ਹੈ ਜੀ, ਤਾਂ ਆਪਣੇ ਕੋਲ ਆਪਸ਼ਨ ਕੀ ਹੋ ਜਾਊਗਾ, ਰਾਜ ਮன்னாਰ ਕਮੇਟੀ। ਕਿਹੜਾ ਆਪਸ਼ਨ ਸਹੀ ਹੈ ਜੀ ਆਪਣਾ, ਰਾਜ ਮਨਾਰ ਕਮੇਟੀ। ਕਿਸ ਸਾਲ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਦੇ ਲਈ ਗੁਪਤ ਵੋਟਿੰਗ ਪ੍ਰਣਾਲੀ ਦੀ ਥਾਂ ਖੁੱਲੀ ਵੋਟਿੰਗ ਪ੍ਰਣਾਲੀ ਅਪਣਾਈ ਗਈ। ਵਿਧਾਨ ਪਰਿਸ਼ਦ ਦੇ ਜਿਹੜੇ ਮੈਂਬਰ ਚੁਣੇ ਜਾਂਦੇ ਆ, ਕਹਿੰਦੇ ਉਹਨਾਂ ਦੇ ਲਈ ਗੁਪਤ ਵੋਟਿੰਗ ਨਹੀਂ ਹੋਊਗੀ, ਹੁਣ ਵੋਟਿੰਗ ਕੀ ਹੋਊਗੀ, ਖੁੱਲੀ ਹੋਊਗੀ। ਠੀਕ ਹੈ, ਇਹ ਕਿਹੜੇ ਸਾਲ ਅਪਣਾਈ ਗਈ ਪ੍ਰਣਾਲੀ, 1971 ਦੇ ਵਿੱਚ, 1996 ਦੇ ਵਿੱਚ, 2003 ਦੇ ਵਿੱਚ ਜਾਂ 2009 ਦੇ ਵਿੱਚ। ਠੀਕ ਹੈ ਜੀ, ਤਾਂ ਆਪਣੇ ਕੋਲ ਪ੍ਰਸ਼ਨ ਆਨਸਰ ਕੀ ਆ ਜਾਊਗਾ, 2003 ਦੇ ਵਿੱਚ। ਹੇਠਾਂ ਵਿੱਚੋਂ ਕਿਹੜਾ ਮਣੀ ਬਿੱਲ ਹੈ ਜੀ, ਮਣੀ ਬਿੱਲ ਪੁੱਛ ਲਿਆ, ਕਹਿੰਦੇ ਰਾਜ ਵਿਧਾਨ ਪਰਿਸ਼ਦ ਬਣਾਉਣ ਨਾਲ ਸੰਬੰਧਿਤ ਬਿੱਲ, ਪ੍ਰੋਵੀਡੈਂਟ ਫੰਡ ਡਿਪੋਜ਼ਿਟ ਤੋਂ ਪੈਸੇ ਕਢਵਾਉਣ ਦੇ ਲਈ ਜਿਹੜਾ ਬਿੱਲ ਹੁੰਦਾ, ਜਾਂ ਸਾਲਾਨਾ ਵਿੱਤ ਬਿੱਲ ਹੁੰਦਾ, ਜਾਂ ਕੋਈ ਨਹੀਂ। ਠੀਕ ਹੈ ਜੀ, ਤਾਂ ਇਹਦੇ ਵਿੱਚ ਆਨਸਰ ਕੀ ਆ ਜਾਊਗਾ ਜੀ ਆਪਣਾ, ਸਾਲਾਨਾ ਵਿੱਤ ਬਿੱਲ। ਆਪਸ਼ਨ ਆਨਸਰ ਕੀ ਆ ਜਾਊਗਾ ਜੀ, ਸੀ। ਸੰਵਿਧਾਨ ਦਾ ਕਿਹੜਾ ਅਨੁਛੇਦ ਰਾਜਾਂ ਦੇ ਸੰਚਿਤ ਨਿਧੀ ਫੰਡ ਦੇ ਨਾਲ ਸੰਬੰਧਿਤ ਹੈ ਜੀ। ਸੰਚਿਤ ਨਿਧੀ ਫੰਡ ਕੰਸੋਲੀਡੇਟ ਫੰਡ ਹੁੰਦਾ। ਠੀਕ ਹੈ ਜੀ, ਦੋ ਫੰਡ ਹੁੰਦੇ ਆਪਣੇ ਕੋਲ, ਇੱਕ ਰਾਜ ਦਾ, ਇੱਕ ਕੇਂਦਰ ਦਾ। ਤੇ ਸੰਚਿਤ ਨਿਧੀ ਫੰਡ ਦੇ ਨਾਲ ਸੰਬੰਧਿਤ ਅਨੁਛੇਦ ਪੁੱਛ ਲਿਆ ਜੀ ਆਪਾਂ ਨੂੰ, ਆਰਟੀਕਲ 266 1, ਆਰਟੀਕਲ 267 2, ਆਰਟੀਕਲ 267 1, ਆਰਟੀਕਲ 266 2। ਤਾਂ ਆਪਣੇ ਕੋਲੇ ਆਨਸਰ ਕੀ ਆ ਜਾਊਗਾ ਜੀ, ਆਨਸਰ ਆ ਜਾਊਗਾ ਆਪਣੇ ਕੋਲੇ ਏ, ਆਰਟੀਕਲ 266 1, ਕੰਟੀਨਜੈਂਸੀ ਫੰਡ ਤੇ ਕੰਸੋਲੀਡੇਟ ਫੰਡ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਇਸ ਤਰ੍ਹਾਂ ਵਧਾਈ ਜਾ ਸਕਦੀ ਹੈ। ਹੁਣ ਜੱਜਾਂ ਦੀ ਗਿਣਤੀ ਹੈ ਜਿਹੜੀ, ਕਹਿੰਦੇ ਆਪਾਂ ਕਿਵੇਂ ਵਧਾ ਸਕਦੇ ਹਾਂ। ਸੁਪਰੀਮ ਕੋਰਟ ਕਹਿੰਦਾ ਰਾਸ਼ਟਰਪਤੀ ਹੁਕਮ ਦੇ ਦੂਗਾ ਜੀ, ਜੱਜਾਂ ਦੀ ਗਿਣਤੀ ਵੱਧ ਜੂਗੀ। ਸੰਵਿਧਾਨ ਨੂੰ ਸੋਧ ਕੇ ਆਪਾਂ ਕਹਿ ਦਈਏ ਜੱਜਾਂ ਦੀ ਗਿਣਤੀ ਵਧਾ ਦਾਂਗੇ। ਚੀਫ ਜਸਟਿਸ ਦੀ ਸਲਾਹ ਤੇ ਰਾਸ਼ਟਰਪਤੀ ਕਹਿੰਦੇ ਜੱਜਾਂ ਦੀ ਗਿਣਤੀ ਬਣਾ ਦੂਗਾ, ਜਾਂ ਸੰਸਦੀ ਐਕਟ ਦੁਆਰਾ। ਨਾ ਤਾਂ ਰਾਸ਼ਟਰਪਤੀ ਕੋਲੇ ਕੋਈ ਪਾਵਰ ਹੈ ਵੀ ਉਹਨੂੰ ਬਣਾ ਦੂਗਾ, ਠੀਕ ਹੈ, ਨਾ ਸੰਵਿਧਾਨ ਆਪਾਂ ਸੋਚ ਸਕਦੇ ਹਾਂ ਜੱਜਾਂ ਦੀ ਗਿਣਤੀ ਵਧਾਉਣ ਵਾਸਤੇ। ਚੀਫ ਜਸਟਿਸ ਦੀ ਸਲਾਹ ਤੇ ਰਾਸ਼ਟਰਪਤੀ ਕਿਵੇਂ ਕਰ ਦੂਗਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਜਿਹੜੀ ਆਪਣੇ ਕੋਲੇ ਸਾਰੀ ਸ਼ਕਤੀ ਕਿਹਦੇ ਕੋਲ ਹੈਗੀ, ਪਾਰਲੀਮੈਂਟ ਕੋਲੇ ਆ। ਸੰਸਦ ਇੱਕ ਪਾਰਲੀਮੈਂਟ ਐਕਟ ਬਣਾਊਗੀ, ਉਹਦੇ ਤਹਿਤ ਆਪਾਂ ਜੱਜਾਂ ਦੀ ਗਿਣਤੀ ਜਿਹੜੀ ਵਧਾ ਘਟਾ ਸਕਦੇ ਹਾਂ। ਠੀਕ ਹੈ ਜੀ, ਰਾਸ਼ਟਰਪਤੀ ਆਮ ਤੌਰ ਤੇ ਆਰਡੀਨੈਂਸ ਜਾਰੀ ਕਰ ਸਕਦਾ। ਕਹਿੰਦੇ ਆਰਡੀਨੈਂਸ ਕਦੋਂ ਜਾਰੀ ਕਰ ਸਕਦਾ, ਜਨਤਕ ਤੇ ਹਿੱਤ ਸਿਹਤ ਦੇ ਸੰਬੰਧ ਦੇ ਵਿੱਚ, ਮੌਲਿਕ ਅਧਿਕਾਰਾਂ ਦੀ ਕਟੌਤੀ ਬਾਰੇ, ਤਲਾਕ ਦੇ ਸੰਬੰਧ ਵਿੱਚ, ਜਾਂ ਸੰਵਿਧਾਨਕ ਸੋਧ ਬਾਰੇ। ਆਰਡੀਨੈਂਸ ਉਹ ਜਾਰੀ ਕਰ ਸਕਦਾ ਵੀ, ਜਾਣੀ ਕਿ ਇਹਦੇ ਵਿੱਚ ਜਿਹੜਾ ਆਪਣੇ ਕੋਲੇ ਆਪਸ਼ਨ ਹੈ ਇਹਨਾਂ ਚਾਰਾਂ ਦੇ ਵਿੱਚੋਂ ਆਪਸ਼ਨ ਆਪਣੇ ਕੋਲ ਬਣਦਾ ਵਿਵਾਹਿਕ ਜਦੋਂ ਵਿਛੇਦ ਹੋ ਜਾਂਦੇ ਆ, ਕਿਸੇ ਦਾ ਤਲਾਕ ਹੁੰਦਾ, ਉਹਦੇ ਸੰਬੰਧ ਦੇ ਵਿੱਚ ਵੀ, ਜਿਵੇਂ ਹੁਣ 3 ਤਲਾਕ ਵਾਲਾ ਮੁੱਦਾ ਆਇਆ ਸੀਗਾ। ਠੀਕ ਹੈ, 2018 ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਇੱਕ ਆਰਡੀਨੈਂਸ ਪੇਸ਼ ਹੋਇਆ ਸੀਗਾ। ਉਸੇ ਤਰ੍ਹਾਂ ਦੀ ਇਹ ਜਿਹੜਾ ਕਹਿ ਦਈਏ ਆਪਾਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਜਿਹੜਾ ਕਹਿ ਦਈਏ ਤਲਾਕ ਦੇ ਸੰਬੰਧ ਦੇ ਵਿੱਚ ਰਾਸ਼ਟਰਪਤੀ ਜਿਹੜਾ ਆਰਡੀਨੈਂਸ ਜਾਰੀ ਕਰ ਸਕਦਾ। ਹੁਣ ਕਹਿ ਦਈਏ ਸੰਵਿਧਾਨ ਦਾ ਕਿਹੜਾ ਅਨੁਛੇਦ ਜਿਹੜਾ ਸੁਪਰੀਮ ਕੋਰਟ ਨੂੰ ਅਪੀਲਾਂ ਲਈ ਬਾਕੀ ਸ਼ਕਤੀ ਪ੍ਰਦਾਨ ਕਰਦਾ। ਸਾਥੀਓ, ਜਿਹੜਾ ਆਪਣੇ ਕੋਲ 34ਵਾਂ ਪ੍ਰਸ਼ਨ ਹੈ, ਇਹਦੇ ਵਿੱਚ ਕਹਿੰਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਹੈ ਜਿਹੜਾ ਸੁਪਰੀਮ ਕੋਰਟ ਨੂੰ ਅਪੀਲਾਂ ਲਈ ਬਾਕੀ ਸ਼ਕਤੀ ਜਿਹੜੀ ਪ੍ਰਦਾਨ ਕਰਦਾ। ਆਰਟੀਕਲ ਆਪਣੇ ਕੋਲ ਹੈਗਾ 136, ਆਰਟੀਕਲ ਆਪਣੇ ਕੋਲ ਹੈਗਾ 131, ਆਰਟੀਕਲ ਆਪਣੇ ਕੋਲ 133 ਤੇ ਆਰਟੀਕਲ ਹੈਗਾ 145। ਠੀਕ ਹੈ ਜੀ, ਤਾਂ ਇੱਥੇ ਆਪਣੇ ਕੋਲ ਆਰਟੀਕਲ ਕਿਹੜਾ ਆ ਜਾਊਗਾ, ਆਪਣੇ ਕੋਲ ਆਰਟੀਕਲ ਆ ਜਾਊਗਾ 136। ਠੀਕ ਹੈ ਜੀ, ਆਰਟੀਕਲ 136। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਪਰ। ਕਹਿੰਦੇ ਸੰਵਿਧਾਨਕ ਸੋਧ ਦੁਆਰਾ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ ਕਿਸ ਸਾਲ 60 ਤੋਂ ਵਧਾ ਕੇ 62 ਸਾਲ ਕਰਤੀ। ਠੀਕ ਹੈ ਜੀ, ਇਹਦੇ ਵਿੱਚ ਇੱਕ ਸੋਧ ਹੋਈ ਹੈ ਵੀ ਜੱਜਾਂ ਦੀ ਗਿਣਤੀ ਜਿਹੜੀ ਕਹਿੰਦੇ ਸੇਵਾ ਮੁਕਤੀ ਦੀ ਉਮਰ ਹੈ 60 ਤੋਂ ਵਧਾ ਕੇ 62 ਸਾਲ ਕਰਤੀ। ਕਿਹੜੀ ਸੋਧ ਦੇ ਦੁਆਰਾ ਕੀਤੀ ਗਈ ਹੈ। ਆਪਣੇ ਕੋਲੇ 1956, ਈਅਰ ਹੈਗਾ 1963, ਈਅਰ ਹੈਗਾ 1976, ਈਅਰ ਹੈਗਾ 2003। ਆਪਣੇ ਕੋਲੇ ਆਪਸ਼ਨ ਕੀ ਬਣ ਜੂਗਾ ਜੀ, ਆਪਣੇ ਕੋਲੇ ਆਪਸ਼ਨ ਬਣ ਜੂਗਾ 1963। ਕਹਿੰਦੇ ਵੀ ਉਮਰ ਹੈ ਜਿਹੜੀ ਵਧਾ ਕੇ 60 ਤੋਂ ਵਧਾ ਕੇ ਕਿੰਨੀ ਕਰਤੀ, ਉਮਰ ਵਧਾ ਕੇ 60 ਤੋਂ ਕਰਤੀ 62 ਸਾਲ। ਠੀਕ ਹੈ ਜੀ, 35ਵਾਂ ਆਨਸਰ ਆ ਜਾਊਗਾ ਬੀ। ਚਲੋ ਜੀ ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਹਾਂ ਆਪਾਂ। ਕਹਿੰਦੇ ਵੀ ਭਾਰਤੀ ਸੰਵਿਧਾਨ ਦੇ ਕਿਹੜੇ ਹਿੱਸੇ ਨੂੰ ਪ੍ਰਬੰਧਕਾਂ ਲਈ ਆਚਰਣ ਸੰਹਿਤਾ ਮੰਨਿਆ ਜਾਂਦਾ। ਪ੍ਰਬੰਧਕ ਹੁੰਦੇ ਜਿਹੜੇ, ਇਹਨਾਂ ਦੇ ਲਈ ਆਚਰਣ ਸੰਹਿਤਾ ਮੰਨਿਆ ਜਾਂਦਾ। ਕਿਹੜੇ ਭਾਗ ਨੂੰ ਮੰਨਿਆ ਜਾਂਦਾ ਜੀ। ਠੀਕ ਹੈ ਜੀ, ਭਾਗ 1 ਹੈ ਆਪਣੇ ਕੋਲ, ਭਾਗ 3 ਹੈ, ਭਾਗ 4 ਹੈ, ਭਾਗ, ਠੀਕ ਹੈ ਜੀ, ਤਾਂ ਆਪਣੇ ਕੋਲ ਕੀ ਆ ਜਾਊਗਾ, ਆਪਣੇ ਕੋਲ ਆਨਸਰ ਕੀ ਆ ਜਾਊਗਾ ਸੀ, ਭਾਗ 4। ਭਾਰਤੀ ਸੰਵਿਧਾਨ ਦੇ ਕਿਹੜੇ ਹਿੱਸੇ ਨੂੰ ਪ੍ਰਬੰਧਕਾਂ ਲਈ ਆਚਰਣ ਸੰਹਿਤਾ ਮੰਨਿਆ ਜਾਂਦਾ, ਭਾਗ 4 ਨੂੰ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। 26 ਜਨਵਰੀ 1950 ਤੋਂ ਬਾਅਦ ਭਾਰਤੀ ਸੰਵਿਧਾਨ ਵਿੱਚ ਹੇਠ ਲਿਖੀਆਂ ਵਿੱਚੋਂ ਕਿਸ ਨਾਲ ਸੰਬੰਧਿਤ ਵਿਵਸਥਾ ਸ਼ਾਮਲ ਕੀਤੀ ਗਈ ਸੀ। ਠੀਕ ਹੈ ਜੀ, ਕਿਹੜੀ ਵਿਵਸਥਾ ਕਹਿੰਦੇ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚ ਸੰਬੰਧਿਤ ਜਿਹੜੀਆਂ ਜਿਹੜੀ ਆਪਾਂ ਕਹਿ ਦਈਏ 26 ਜਨਵਰੀ 1950 ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਹੇਠ ਲਿਖੀਆਂ ਵਿੱਚੋਂ ਕਿਸ ਨਾਲ ਸੰਬੰਧਿਤ ਵਿਵਸਥਾ ਜਿਹੜੀ ਸ਼ਾਮਲ ਕੀਤੀ ਗਈ ਸੀ। ਕਾਹਦੇ ਨਾਲ ਸੰਬੰਧਿਤ ਵਿਵਸਥਾ ਸ਼ਾਮਲ ਕੀਤੀ ਗਈ ਸੀ। ਕਹਿੰਦੇ ਕੇਂਦਰੀ ਸੂਚਨਾ ਕਮਿਸ਼ਨ ਹੈ, ਅੰਤਰਰਾਜੀ ਕੌਂਸਲ ਹੈ, ਜ਼ਿਲ੍ਹਾ ਯੋਜਨਾ ਕਮੇਟੀ ਹੈ, ਜਾਂ ਖੇਤਰੀ ਕੌਂਸਲ ਹੈ।
ਤਾਂ ਇੱਥੇ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਨਾਲ ਸੰਬੰਧਿਤ ਜਿਹੜੀ ਕਹਿ ਦਈਏ ਆਪਾਂ ਵੀ ਭਾਰਤੀ ਸੰਵਿਧਾਨ ਦੇ ਵਿੱਚ 1950 ਤੋਂ ਬਾਅਦ ਇਹ ਵਿਵਸਥਾ ਜਿਹੜੀ ਸ਼ਾਮਲ ਕੀਤੀ ਗਈ ਸੀ, ਜ਼ਿਲ੍ਹਾ ਯੋਜਨਾ ਕਮੇਟੀ। ਠੀਕ ਹੈ ਜੀ, ਅੱਗੇ ਚੱਲਦੇ ਆਪਾਂ ਪ੍ਰਸ਼ਨ ਨੰਬਰ 38 ਦੇ ਉੱਪਰ। ਕਹਿੰਦੇ ਵੀ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਲੋਕ ਸਭਾ ਦੇ ਸਪੀਕਰ ਕਰਨਗੇ। ਠੀਕ ਹੈ, ਇਸ ਦਾ ਜ਼ਿਕਰ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਕੀਤਾ ਜੀ? ਜੁਆਇੰਟ ਸੈਸ਼ਨ ਪੁੱਛ ਲਿਆ ਜੀ ਆਪਾਂ ਨੂੰ, ਜੁਆਇੰਟ ਸੈਸ਼ਨ। ਤਾਂ ਜੁਆਇੰਟ ਸੈਸ਼ਨ ਦਾ ਆਪਾਂ ਨੂੰ ਪਤਾ ਹੀ ਹੈ, ਜੁਆਇੰਟ ਸੈਸ਼ਨ ਹੁੰਦਾ ਜੀ ਆਪਣਾ ਆਰਟੀਕਲ 108 ਦੇ ਵਿੱਚ। ਠੀਕ ਹੈ, ਚਲੋ ਜੀ, ਫਿਰ ਕਹਿੰਦੇ ਕਿਸ ਸੰਵਿਧਾਨਕ ਸੋਧ ਦੁਆਰਾ ਬਿਹਾਰ ਨੂੰ ਜਨਜਾਤੀ ਮੰਤਰੀ ਨਿਯੁਕਤ ਕਰਨ ਦੀ ਮਜਬੂਰੀ ਤੋਂ ਮੁਕਤ ਕੀਤਾ ਗਿਆ ਸੀਗਾ। ਠੀਕ ਹੈ ਜੀ, ਇਹ ਕਹਿੰਦੇ ਵੀ ਕਿਹੜੀ ਸੰਵਿਧਾਨਕ ਸੋਧ ਹੋਈ ਸੀ ਜਿਹਦੇ ਵਿੱਚ ਬਿਹਾਰ ਜਿਹੜਾ ਸੀਗਾ ਜਨਜਾਤੀ ਮੰਤਰੀ ਨਿਯੁਕਤ ਕਰਨ ਦੇ ਲਈ, ਵੀ ਉੱਥੇ ਕੋਈ ਜਿਹੜਾ ਕਹਿ ਦਈਏ ਆਪਾਂ ਜਨਜਾਤੀ ਮੰਤਰੀ ਜਿਹੜਾ ਨਿਯੁਕਤ ਕਰਨ ਵੀ ਕੋਈ ਵਾਧਾ ਨਹੀਂ ਹੈਗੀ ਉਹਨਾਂ ਦੇ ਉੱਪਰ ਵੀ ਜਨਜਾਤੀ ਮੰਤਰੀ ਜਿਹੜੇ ਨਿਯੁਕਤ ਕਰੋ ਜਾਂ ਨਾ ਕਰੋ। ਠੀਕ ਹੈ, ਇਹ ਵਾਧਾ ਤੋਂ ਮੁਕਤ ਕਰਤਾ ਸੀਗਾ ਕਿਹੜੀ ਸੰਵਿਧਾਨਕ ਸੋਧ ਦੁਆਰਾ ਬਿਹਾਰ ਨੂੰ। ਇਹ ਆਰਟੀਕਲ ਆਪਣੇ ਕੋਲ ਹੈਗੇ ਵੀ ਆਪਣੇ ਕੋਲੇ 99 ਸੰਵਿਧਾਨਕ ਸੋਧ ਐਕਟ 2003 ਹੈ, 91 ਸੰਵਿਧਾਨਕ ਸੋਧ ਐਕਟ 2003 ਹੈ, 94ਵਾਂ ਸੰਵਿਧਾਨਕ ਸੋਧ ਐਕਟ 2006 ਹੈ ਅਤੇ 98ਵਾਂ ਸੰਵਿਧਾਨਕ ਸੋਧ ਐਕਟ 2012 ਹੈ। ਤਾਂ ਇਹ ਜਿਹੜੀ ਸੇਵਾ ਮੁਕਤੀ ਜਿਹੜੀ ਦਿੱਤੀ ਗਈ ਸੀਗੀ ਵੀ ਬਿਹਾਰ ਹੈ ਜਿਹੜਾ ਜਨਜਾਤੀ ਮੰਤਰੀ ਨਿਯੁਕਤ ਕਰੇ, ਇਸ ਵਾਧਾ ਤੋਂ ਮੁਕਤ ਕਰਤਾ ਸੀਗਾ ਸੰਵਿਧਾਨਕ ਸੋਧ ਦੁਆਰਾ। ਇਹ ਹੋਈ ਸੀ 94 ਸੰਵਿਧਾਨਕ ਸੋਧ ਜਿਹੜੀ ਕਿ 2006 ਦੇ ਵਿੱਚ ਹੋਈ ਸੀ। ਇਹਦੇ ਦੁਆਰਾ ਬਿਹਾਰ ਨੂੰ ਕਹਿਤਾ ਸੀ ਵੀ ਜਨਜਾਤੀ ਮੰਤਰੀ ਦੀ ਨਿਯੁਕਤੀ ਕਰਨ ਦੀ ਮਜਬੂਰੀ ਤੋਂ ਤੁਸੀਂ ਮੁਕਤ ਹੋ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 40 ਦੇ ਉੱਪਰ। ਕਹਿੰਦੇ ਭਾਰਤ ਗਣਤੰਤਰ ਜਾਂ ਭਾਰਤ ਗਣਰਾਜ ਵਿੱਚ ਰਾਜ ਸਭਾ ਦੇ ਪਹਿਲੇ ਚੇਅਰਮੈਨ ਤੇ ਉਪ ਚੇਅਰਮੈਨ ਕ੍ਰਮਵਾਰ। ਹੁਣ ਰਾਜ ਸਭਾ ਦੇ ਪਹਿਲੇ ਚੇਅਰਮੈਨ ਤੇ ਉਪ ਚੇਅਰਮੈਨ ਪੁੱਛ ਲਏ ਜੀ। ਠੀਕ ਹੈ, ਤਾਂ ਆਪਾਂ ਦੇਖਦੇ ਹਾਂ ਵੀ ਕਿਹੜੇ ਕਿਹੜੇ ਸੀਗੇ। ਗਣੇਸ਼ ਵਾਸੁਦੇਵ ਮਾਵਲੰਕਰ ਤੇ ਬਲੀਰਾਮ ਭਗਤ, ਡਾਕਟਰ ਸਰਬਪੱਲੀ ਰਾਧਾਕ੍ਰਿਸ਼ਨਨ ਤੇ ਅਨੰਤ ਸ਼ੈਨਮ ਅਯੰਗਰ, ਐਨ ਗੋਵਿੰਦਰਾਜਨ ਤੇ ਅਨੰਤ ਸ਼ਾਇਨਮ ਅਯੰਗਰ, ਸਰਬਪੱਲੀ ਰਾਧਾਕ੍ਰਿਸ਼ਨਨ ਤੇ SV ਕ੍ਰਿਸ਼ਨਾਮੂਰਤੀ ਰਾਓ। ਠੀਕ ਹੈ ਜੀ, ਦੇਖ ਲਓ ਜੀ ਹੁਣ ਕੌਣ ਸੀਗਾ। ਆਪਣੇ ਕੋਲ 4 ਆਪਸ਼ਨ ਨੇ, 4 ਆਪਸ਼ਨਾਂ ਦੇ ਵਿੱਚੋਂ ਆਪਣੇ ਕੋਲ ਕੀ ਆ ਜਾਊਗਾ ਜੀ? ਆਪਸ਼ਨ ਆ ਜਾਊਗਾ ਡੀ। ਆਪਾਂ ਨੂੰ ਪਤਾ ਹੀ ਹੈ ਜਿਹੜਾ, ਇੱਕ ਮਿੰਟ ਜੀ, ਹਾਂਜੀ, ਪ੍ਰਸ਼ਨ ਆਪਣੇ ਕੋਲ ਕੀ ਸੀਗਾ ਜੀ? ਭਾਰਤ ਗਣਰਾਜ ਵਿੱਚ ਰਾਜ ਸਭਾ ਦੇ ਪਹਿਲੇ ਚੇਅਰਮੈਨ ਤੇ ਉਪ ਚੇਅਰਮੈਨ ਕ੍ਰਮਵਾਰ। ਭਾਰਤ ਗਣਰਾਜ ਆਪਾਂ ਨੂੰ ਪਤਾ ਵੀ ਰਾਜ ਸਭਾ ਜਿਹੜੀ ਹੁੰਦੀ ਹੈ, ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਉਹ ਕੀ ਹੁੰਦਾ ਹੈਗਾ ਜੀ? ਉਪ ਰਾਸ਼ਟਰਪਤੀ ਹੁੰਦਾ ਹੈਗਾ। ਠੀਕ ਹੈ, ਤੇ ਉਪ ਰਾਸ਼ਟਰਪਤੀ, ਪਹਿਲਾ ਉਪ ਰਾਸ਼ਟਰਪਤੀ ਦੇਖ ਲਓ ਜੀ ਕੌਣ ਸੀਗਾ? ਪਹਿਲਾ ਉਪ ਰਾਸ਼ਟਰਪਤੀ ਸੀਗਾ ਜੀ ਆਪਣਾ ਸਰਬਪੱਲੀ ਰਾਧਾਕ੍ਰਿਸ਼ਨਨ। 2 ਦੇ ਵਿੱਚ ਆ ਰਿਹਾ, ਅਨੰਤੇਸ਼ਮ ਤੇ ਅਯੰਗਰ ਤੇ ਕ੍ਰਿਸ਼ਨਾਮੂਰਤੀ ਰਾਓ। ਠੀਕ ਹੈ ਜੀ, ਤਾਂ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ? ਆਪਸ਼ਨ ਆ ਜਾਊਗਾ ਡੀ। ਤਾਂ ਜਿਹੜਾ ਆਪਣੇ ਕੋਲੇ ਉਪ ਚੇਅਰਮੈਨ ਸੀਗਾ ਉਹ ਸੀਗਾ ਕ੍ਰਿਸ਼ਨਾਮੂਰਤੀ ਰਾਓ। ਠੀਕ ਹੈ ਜੀ, ਉਪ ਚੇਅਰਮੈਨ ਕੌਣ ਸੀਗਾ? ਕ੍ਰਿਸ਼ਨਾਮੂਰਤੀ ਰਾਓ। ਕੱਲ੍ਹ ਆਪਾਂ ਇੱਕ ਪ੍ਰਸ਼ਨ ਕੀਤਾ ਸੀਗਾ ਵੀ ਪਹਿਲਾ ਜਿਹੜਾ ਆਪਣਾ ਉਪ ਰਾਸ਼ਟਰਪਤੀ ਸੀਗਾ ਵੀ ਉਹਦੇ ਓਪੋਜਿਟ ਕੌਣ ਸੀ, ਤਾਂ ਇਹਦੇ ਕੋਈ ਵੀ ਓਪੋਜਿਟ ਨਹੀਂ ਸੀਗਾ ਜੀ। ਠੀਕ ਹੈ ਜੀ, ਚਲੋ ਜੀ, ਅਨਓਪੋਜਿਟ ਜਿਹੜਾ ਕਹਿ ਦਈਏ ਆਪਾਂ। ਠੀਕ ਹੈ ਜੀ, ਚਲੋ ਜੀ, ਅੱਗੇ ਚੱਲਦੇ ਹਾਂ ਆਪਾਂ। ਸੰਵਿਧਾਨ ਸਭਾ ਦੇ ਕਿਸ ਮੈਂਬਰ ਨੇ ਭਾਰਤ ਦੀ ਸੰਵਿਧਾਨ ਸਭਾ ਲਈ 2 ਉਪ ਰਾਸ਼ਟਰਪਤੀ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਸੀਗਾ? ਹੁਣ ਸੰਵਿਧਾਨ ਸਭਾ ਹੋਈ ਆ, ਇਹ ਕਹਿੰਦਾ ਵੀ ਇੱਕ ਮੈਂਬਰ ਸੀਗਾ, ਉਹ ਕਹਿੰਦਾ ਸੰਵਿਧਾਨ ਸਭਾ ਦੇ ਲਈ 2 ਉਪ ਰਾਸ਼ਟਰਪਤੀ ਨਿਯੁਕਤ ਕਰ ਦਿਓ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਭਾਰਤ ਦੇ ਵਿੱਚ ਰੌਲਾ ਕਾਹਦਾ? ਕੁਰਸੀ ਦਾ। ਠੀਕ ਹੈ, ਤਾਂ ਇਹ ਕਹਿੰਦੇ ਵੀ 2 ਉਪ ਰਾਸ਼ਟਰਪਤੀ ਬਣਾ ਦਿਓ ਜੀ। ਠੀਕ ਹੈ ਜੀ, ਤਾਂ ਕੌਣ ਸੀਗਾ ਵੀ, ਕਿਹਨੇ ਕਿਹਾ ਸੀਗਾ ਇਹ? 41ਵਾਂ ਜਿਹੜਾ ਪ੍ਰਸ਼ਨ ਆਪਾਂ ਨੂੰ ਕੀ ਕਹਿੰਦਾ ਹੈਗਾ? ਸਚਿਦਾਨੰਦ ਸਿਨਹਾ। ਠੀਕ ਹੈ ਜੀ, ਸਚਿਦਾਨੰਦ ਸਿਨਹਾ, HC ਮੁਖਰਜੀ, BN ਖਰੇ, ਡਾਕਟਰ ਰਜਿੰਦਰ ਪ੍ਰਸਾਦ। ਕਿਹਨੇ ਕਿਹਾ ਸੀਗਾ ਜੀ? ਕਹਿੰਦਾ 2 ਉਪ ਰਾਸ਼ਟਰਪਤੀ। ਠੀਕ ਹੈ ਜੀ, ਇਹ ਕਹਿੰਦਾ 2 ਉਪ ਰਾਸ਼ਟਰਪਤੀ ਜਿਹੜੇ ਨਿਯੁਕਤ ਕਰ ਦਿਓ ਭਾਰਤ ਦੀ ਸੰਵਿਧਾਨ ਸਭਾ ਦੇ ਲਈ। ਤਾਂ ਕੌਣ ਆ ਵੀ, ਕਿਹਨੂੰ ਇਹ ਗੱਲਾਂ ਖਰੀਆਂ ਲੱਗੀਆਂ? ਸਾਰੀ ਸੰਵਿਧਾਨ ਸਭਾ ਨੂੰ ਗੱਲਾਂ ਖਰੀਆਂ ਲੱਗੀਆਂ। ਤਾਂ ਇਹਦਾ ਕੀ ਆ ਜਾਊਗਾ? ਆਨਸਰ ਕੀ ਆ ਜਾਊਗਾ? BN ਖਰੇ। ਠੀਕ ਹੈ, ਕਹਿੰਦਾ ਖਰੀ ਗੱਲ ਕਰਦੇ ਆ ਜੀ, ਜਿਹੜੇ ਉਪ ਰਾਸ਼ਟਰਪਤੀ 2 ਬਣਾਓ ਕਹਿੰਦਾ ਸੰਵਿਧਾਨ ਸਭਾ ਦੇ ਲਈ। ਇਹ ਜਿਹੜਾ ਇਹਨੇ ਪ੍ਰਸਤਾਵ ਜਿਹੜਾ ਰੱਖਤਾ ਸੀਗਾ ਆਪਦਾ ਵੀ 2 ਉਪ ਰਾਸ਼ਟਰਪਤੀ ਹੋਣੇ ਚਾਹੀਦੇ, ਸੁਝਾਅ ਦਿੱਤਾ ਸੀਗਾ BN ਖਰੇ ਨੇ। ਖਰੀ ਜੀ ਗੱਲ ਕਹਿ ਗਿਆ, ਕਹਿੰਦਾ ਵੀ 2 ਬਣਾਓ, ਮੈਨੂੰ ਵੀ ਬਣਾ ਦਿਓ ਨਾਲ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਮੂਲ ਰੂਪ ਵਿੱਚ ਰਾਜਨੀਤਿਕ ਦਲ ਸ਼ਬਦ ਸੰਵਿਧਾਨ ਵਿੱਚ ਨਹੀਂ ਸੀ। ਜੇ ਆਪਾਂ ਮੂਲ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਮੂਲ ਸੰਵਿਧਾਨ ਦੇ ਵਿੱਚ ਜਿਹੜਾ ਰਾਜਨੀਤਿਕ ਦਲ ਸ਼ਬਦ ਹੈਗਾ ਉਹ ਨਹੀਂ ਸੀਗਾ। ਇਸ ਲਈ ਇਹ ਸੰਵਿਧਾਨ ਦੇ ਵਿੱਚ ਕਿਸੇ ਸੰਵਿਧਾਨਕ ਸੋਧ ਦੁਆਰਾ ਪੇਸ਼ ਕੀਤਾ ਗਿਆ ਵੀ ਸ਼ਬਦ ਹੈ ਜਿਹੜਾ ਇਹਨੂੰ ਪੇਸ਼ ਕਰਤਾ, ਉਹਦੇ ਵਿੱਚ ਸ਼ਾਮਲ ਕਰਤਾ ਸੰਵਿਧਾਨ ਦੇ ਵਿੱਚ ਕਿਹੜੀ ਸੋਧ ਦੁਆਰਾ? ਠੀਕ ਹੈ, 42ਵਾਂ ਸੰਵਿਧਾਨਕ ਸੋਧ ਹੋਈ ਹੈ, 52ਵੀਂ ਸੰਵਿਧਾਨਕ ਸੋਧ ਹੋਈ ਹੈ, 62ਵੀਂ ਸੰਵਿਧਾਨਕ ਸੋਧ ਹੋਈ ਹੈ ਤੇ 92ਵੀਂ ਸੰਵਿਧਾਨਕ ਸੋਧ ਹੋਈ ਹੈ। ਠੀਕ ਹੈ ਜੀ, ਕਿਹੜੀ ਸੰਵਿਧਾਨਕ ਸੋਧ ਦੁਆਰਾ ਇਹਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ? ਚਲੋ ਜੀ, ਮੂਲ ਰੂਪ ਦੇ ਵਿੱਚ ਰਾਜਨੀਤਿਕ ਦਲ ਸ਼ਬਦ ਜਿਹੜਾ ਇਹਦੇ ਵਿੱਚ ਨਹੀਂ ਸੀਗਾ, ਤਾਂ ਸੰਵਿਧਾਨ ਸੋਧ ਹੋਈ ਸੀ ਕਿਹੜੀ ਸੰਵਿਧਾਨਕ ਸੋਧ ਦੁਆਰਾ ਇਹਨੂੰ ਇਹਦੇ ਵਿੱਚ ਸ਼ਾਮਲ ਕੀਤਾ, ਪੇਸ਼ ਕੀਤਾ ਗਿਆ ਸੀਗਾ? 42ਵੀਂ ਸੰਵਿਧਾਨਕ ਸੋਧ, 52ਵੀਂ ਸੰਵਿਧਾਨਕ ਸੋਧ, 62ਵੀਂ ਸੰਵਿਧਾਨਕ ਸੋਧ ਜਾਂ 92ਵੀਂ ਸੰਵਿਧਾਨਕ ਸੋਧ? ਕਿਹੜੀ ਸੰਵਿਧਾਨਕ ਸੋਧ ਦੁਆਰਾ ਐਡ ਕੀਤਾ ਗਿਆ ਸੀਗਾ ਜੀ? ਇਹਨੂੰ 52ਵੀਂ ਸੰਵਿਧਾਨਕ ਸੋਧ ਦੁਆਰਾ ਐਡ ਕੀਤਾ ਗਿਆ ਸੀ। ਠੀਕ ਹੈ ਜੀ, ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ 42ਵੀਂ ਸੰਵਿਧਾਨਕ ਸੋਧ ਹੈ ਜਿਹੜੀ 1976 ਦੇ ਵਿੱਚ ਹੋਈ ਸੀਗੀ। ਠੀਕ ਹੈ ਜੀ, ਤੇ 62ਵੀਂ ਸੰਵਿਧਾਨਕ ਸੋਧ ਹੋਈ ਹੈ ਜਿਹੜੀ 1999 ਦੇ ਵਿੱਚ ਹੋਈ ਹੈ ਜੀ। 62ਵੀਂ ਸੰਵਿਧਾਨਕ ਸੋਧ ਹੋਈ ਹੈ ਤੇ 92ਵੀਂ ਸੰਵਿਧਾਨਕ ਸੋਧ ਹੋਈ ਹੈ ਜਿਹੜੀ ਇਹ 2003 ਦੇ ਵਿੱਚ ਹੋਈ ਹੈ। 92ਵੀਂ ਸੰਵਿਧਾਨਕ ਸੋਧ ਹੋਈ ਹੈ 2003 ਦੇ ਵਿੱਚ। ਠੀਕ ਹੈ ਜੀ, ਚਲੋ ਜੀ ਅੱਗੇ ਚੱਲਦੇ ਹਾਂ। ਰਾਸ਼ਟਰ ਹਿੱਤ ਵਿੱਚ ਰਾਜ ਸਭਾ ਦੀ ਮਨਜ਼ੂਰੀ ਤੋਂ ਬਾਅਦ ਰਾਜ ਸੂਚੀ ਦੇ ਵਿਸ਼ੇ ਤੇ ਸੰਸਦ ਦੁਆਰਾ ਬਣਾਇਆ ਗਿਆ ਕਾਨੂੰਨ ਪਹਿਲੀ ਵਾਰ ਪ੍ਰਵਾਨਗੀ ਤੋਂ ਬਿਨਾਂ ਪ੍ਰਭਾਵੀ ਰਹਿੰਦਾ। ਠੀਕ ਹੈ, ਕਿੰਨਾ ਟਾਈਮ ਪ੍ਰਭਾਵੀ ਰਹਿੰਦਾ ਜੀ? 6 ਹਫ਼ਤੇ, 60 ਦਿਨ, 6 ਮਹੀਨੇ ਜਾਂ 1 ਸਾਲ। ਤਾਂ ਇਹਦਾ ਆਪਸ਼ਨ ਕੀ ਆ ਜਾਊਗਾ? ਆਨਸਰ ਆ ਜਾਊਗਾ ਡੀ।
ठीक है जी। कितना साल तक प्रभावी रहिंदा कानून? 1 साल तक प्रभावी रहिंदा जी, 1 साल तक। चलो जी, ਕਹਿੰਦੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਆਜ਼ਾਦੀ ਤੋਂ ਬਾਅਦ ਰਾਜ ਸਭਾ ਕਦੋਂ ਕਿਹਾ ਜਾਣ ਲੱਗਿਆ? ਪਹਿਲਾਂ ਉੱਪਰਲਾ ਸਦਨ ਜਿਵੇਂ ਆਪਣੇ ਕੋਲ ਹਾਊਸ ਆਫ ਲੋਰਡਸ ਤੇ ਹਾਊਸ ਆਫ ਕਾਮਨਸ, ਉਵੇਂ ਹੀ ਇਹਨਾਂ ਨੇ ਬਣਾਏ ਸੀਗੇ ਉੱਪਰਲਾ ਸਦਨ ਤੇ ਹੇਠਲਾ ਸਦਨ। ਇਹਨੂੰ ਪਹਿਲਾਂ ਰਾਜ ਸਭਾ ਤੇ ਰਾਜ ਸਭਾ ਤੇ ਲੋਕ ਸਭਾ, ਜਿਹੜਾ ਇਹਨਾਂ ਨੇ ਪੁੱਛਿਆ ਵੀ ਰਾਜ ਸਭਾ ਕਦੋਂ ਕਿਹਾ ਜਾਣ ਲੱਗਿਆ, ਰਾਜ ਸਭਾ ਕਦੋਂ ਕਿਹਾ ਜਾਣ ਲੱਗਿਆ ਸੀਗਾ। ਆਪਣੇ ਕੋਲ ਆਪਸ਼ਨ 4 ਨੇ, 3 ਅਪ੍ਰੈਲ 1952, 13 ਮਈ 1952, 22 ਜੁਲਾਈ 1953 ਤੇ 23 ਅਗਸਤ 1954। ਕਦੋਂ ਕਿਹਾ ਜਾਣ ਲੱਗਿਆ ਜੀ? ਆਪਸ਼ਨ ਆਪਣੇ ਕੋਲ ਕੀ ਆ ਜਾਊਗਾ? ਆਪਸ਼ਨ ਆ ਜਾਊਗਾ ਡੀ, 23 ਅਗਸਤ 1954 ਨੂੰ ਕਿਹਾ ਜਾਣ ਲੱਗਿਆ ਜੀ, 23 ਅਗਸਤ 1954 ਨੂੰ। ਅੱਗੇ ਚੱਲਦੇ ਹਾਂ ਜੀ ਆਪਾਂ। ਜਿਨ੍ਹਾਂ ਰਾਜਾਂ ਨੇ ਲੋਕਾਯੁਕਤ ਦਫ਼ਤਰ ਦੀ ਸਥਾਪਨਾ ਕੀਤੀ ਹੈ ਉਹਨਾਂ ਦੇ ਕ੍ਰਮ ਵਿੱਚ ਬਿਹਾਰ ਦੀ ਸਥਿਤੀ ਪੁੱਛੀ ਹੈਗੀ ਕਿਹੜੀ ਹੈ? ਬਿਹਾਰ ਕਿੰਨਵੇਂ ਨੰਬਰ ਦੇ ਲੋਕਾਯੁਕਤ ਜਿਹੜਾ ਦਫ਼ਤਰ ਸਥਾਪਿਤ ਕਰ ਸਕਿਆ ਸੀਗਾ? ਤਾਂ ਬਿਹਾਰ ਜਿਹੜਾ ਕਹਿ ਦਈਏ ਆਪਾਂ ਦੂਜਾ ਨੰਬਰ, ਤੀਜਾ ਨੰਬਰ, ਚੌਥਾ ਜਾਂ ਛੇਵਾਂ? ਤਾਂ ਇਹਦੇ ਵਿੱਚ ਆਨਸਰ ਕੀ ਆ ਜਾਊਗਾ ਜੀ ਆਪਣਾ? ਬਿਹਾਰ ਸੀਗਾ ਤੀਜੇ ਨੰਬਰ 'ਤੇ ਜਿਹਨੇ ਲੋਕਾਯੁਕਤ ਜਿਹੜਾ ਸਥਾਪਿਤ ਕੀਤਾ ਸੀ। ਠੀਕ ਹੈ ਜੀ, ਲੋਕਾਯੁਕਤ ਜਿਹੜਾ ਤਿੰਨੇ ਸੀ ਸਥਾਪਿਤ ਕੀਤਾ ਸੀ, ਬਿਹਾਰ ਦੀ ਸਥਿਤੀ ਜਿਹੜੀ ਉਹਦੇ 'ਚ ਤੀਜੇ ਨੰਬਰ 'ਤੇ ਆ। ਚਲੋ ਜੀ, ਅਗਲੇ ਪ੍ਰਸ਼ਨ ਦੇ ਉੱਪਰ ਚੱਲਦੇ ਹਾਂ ਆਪਾਂ। ਪ੍ਰਸ਼ਨ ਨੰਬਰ ਹੈਗਾ ਆਪਣਾ 46। ਭਾਰਤੀ ਸੰਵਿਧਾਨ ਵਿੱਚ ਦੱਸੀ ਗਈ ਐਮਰਜੈਂਸੀ ਪ੍ਰਣਾਲੀ ਨੂੰ ਕਿਸ ਸਮੇਂ ਲਈ ਲਾਗੂ ਰੱਖਿਆ ਜਾ ਸਕਦਾ ਹੈ? ਇਸ ਦੀ ਵੱਧ ਤੋਂ ਵੱਧ ਮਿਆਦ ਨਿਸ਼ਚਿਤ ਨਹੀਂ ਹੈਗੀ। ਠੀਕ ਹੈ, ਵੀ ਕਹਿੰਦੇ ਐਮਰਜੈਂਸੀ ਪ੍ਰਣਾਲੀ ਇਹਨੂੰ ਕਹਿੰਦੇ ਕਿੰਨੇ ਸਮੇਂ ਤੱਕ ਆਪਾਂ ਲਾਗੂ ਰੱਖ ਸਕਦੇ ਹਾਂ। ਠੀਕ ਹੈ ਜੀ, ਤਾਂ ਆਪਣੇ ਕੋਲੇ ਆਪਸ਼ਨ ਹੈਗੇ ਨੇ 4। ਆਪਣੇ ਕੋਲੇ ਰਾਸ਼ਟਰੀ ਐਮਰਜੈਂਸੀ, ਕਿਹੜੀ ਐਮਰਜੈਂਸੀ ਸੌਰੀ, ਭਾਰਤੀ ਸੰਵਿਧਾਨ ਵਿੱਚ ਦੱਸੀ ਗਈ ਐਮਰਜੈਂਸੀ ਪ੍ਰਣਾਲੀ ਨੂੰ ਕਿਸ ਸਮੇਂ ਲਈ ਲਾਗੂ ਰੱਖਿਆ ਜਾ ਸਕਦਾ ਹੈ? ਇਹਦੀ ਵੱਧ ਤੋਂ ਵੱਧ ਨਿਸ਼ਚਿਤ ਮਿਆਦ ਨਹੀਂ ਹੈਗੀ। ਕਿਹੜੀ ਐਮਰਜੈਂਸੀ ਆ ਉਹ? ਰਾਸ਼ਟਰੀ ਐਮਰਜੈਂਸੀ ਹੈ, ਸੰਵਿਧਾਨਕ ਐਮਰਜੈਂਸੀ ਹੈ ਜਾਂ ਵਿੱਤੀ ਐਮਰਜੈਂਸੀ ਹੈ? ਆਪਸ਼ਨ ਆਪਣੇ ਕੋਲੇ 4 ਨੇ, ਕਹਿੰਦੇ ਵੀ ਸਿਰਫ ਪਹਿਲਾ, ਸਿਰਫ ਦੂਜਾ, ਸਿਰਫ ਤੀਜਾ ਜਾਂ 1 ਤੇ ਤੀਜਾ। ਠੀਕ ਹੈ, ਕਿਹੜੀ ਐਮਰਜੈਂਸੀ ਹੈ ਜਿਹਦੀ ਮਿਆਦ ਨਿਸ਼ਚਿਤ ਨਹੀਂ ਹੈਗੀ? ਰਾਸ਼ਟਰੀ ਐਮਰਜੈਂਸੀ, ਸੰਵਿਧਾਨਕ ਐਮਰਜੈਂਸੀ ਜਾਂ ਵਿੱਤੀ ਐਮਰਜੈਂਸੀ? ਆਪਸ਼ਨ ਕੀ ਆ ਜਾਊਗਾ ਜੀ ਆਪਣੇ ਕੋਲੇ? ਡੀ। ਕੀ ਕਹਿੰਦੇ ਜੀ ਇਹ 1 ਤੇ 3 ਰਾਸ਼ਟਰੀ ਐਮਰਜੈਂਸੀ ਹੈ ਜਿਹੜੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਜਾਂ ਫਾਈਨੈਂਸ਼ੀਅਲ ਜਿਹੜੀ ਐਮਰਜੈਂਸੀ ਲੱਗਦੀ ਹੈ। ਇਹਨਾਂ ਦੀ ਮਿਆਦ ਹੈ ਜਿਹੜੀ ਨਿਸ਼ਚਿਤ ਨਹੀਂ, ਛੇਤੀ ਵੀ ਮੁੱਕ ਸਕਦੀ ਹੈ ਅਤੇ ਟਾਈਮ ਵੀ ਲੱਗ ਸਕਦਾ। ਠੀਕ ਹੈ ਜੀ, ਚਲੋ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 47 ਦੇ ਉੱਪਰ। ਭਾਰਤ ਵਿੱਚ ਕ੍ਰਮਵਾਰ ਅਸਿੱਧੇ ਅਤੇ ਸਿੱਧੀਆਂ ਚੋਣਾਂ ਦੀ ਪ੍ਰਥਾ ਕਿਸ ਐਕਟ ਅਧੀਨ ਸ਼ੁਰੂ ਹੋਈ ਸੀ? ਸਿੱਧੀਆਂ ਤੇ ਅਸਿੱਧੀਆਂ ਚੋਣਾਂ ਜਿਹੜੀਆਂ ਕਹਿ ਦਈਏ ਆਪਾਂ, ਇਹਨਾਂ ਚੋਣਾਂ ਦੀ ਪ੍ਰਥਾ ਜਿਹੜੀ ਕਿਸ ਐਕਟ ਦੇ ਅਧੀਨ ਸ਼ੁਰੂ ਹੋਈ ਸੀ? ਠੀਕ ਹੈ, ਆਪਣੇ ਕੋਲੇ 4 ਐਕਟ ਨੇ। ਕਾਉਂਸਲ ਆਫ ਇੰਡੀਆ ਐਕਟ 1861 ਅਤੇ 1892, ਭਾਰਤ ਸਰਕਾਰ ਐਕਟ 1919 ਤੇ 1935, ਕਾਉਂਸਲ ਆਫ ਇੰਡੀਆ ਐਕਟ 1892 ਤੇ ਭਾਰਤ ਸਰਕਾਰ ਐਕਟ 1919, ਕਾਉਂਸਲ ਆਫ ਇੰਡੀਆ ਐਕਟ 1909 ਤੇ ਭਾਰਤ ਸਰਕਾਰ ਐਕਟ 1935। ਠੀਕ ਹੈ ਜੀ, 4 ਆਪਸ਼ਨਾਂ ਦੇ ਵਿੱਚੋਂ ਜਿਹੜਾ ਆਪਣਾ ਆਪਸ਼ਨ ਸਹੀ ਹੋ ਜਾਊਗਾ ਉਹ ਹੈਗਾ ਜੀ ਕਾਉਂਸਲ ਆਫ ਇੰਡੀਆ ਐਕਟ 1892 ਤੇ ਭਾਰਤ ਸਰਕਾਰ ਐਕਟ 1919। ਇਹ ਕੀ ਕਹਿੰਦੇ ਵੀ ਭਾਰਤ ਵਿੱਚ ਕ੍ਰਮਵਾਰ ਅਸਿੱਧੇ ਤੇ ਸਿੱਧੀਆਂ ਚੋਣਾਂ ਦੀ ਪ੍ਰਥਾ ਜਿਹੜੀ ਕਿਸ ਐਕਟ ਅਧੀਨ ਸ਼ੁਰੂ ਕੀਤੀ ਗਈ ਸੀ? 2 ਐਕਟ ਨੇ ਆਪਣੇ ਕੋਲ, ਕਾਉਂਸਲ ਆਫ ਇੰਡੀਆ ਐਕਟ 1892, ਭਾਰਤ ਸਰਕਾਰ ਐਕਟ 1919। ਠੀਕ ਹੈ ਜੀ, ਅੱਗੇ ਚੱਲਦੇ ਆਪਾਂ ਪ੍ਰਸ਼ਨ ਨੰਬਰ 48 ਦੇ ਉੱਪਰ। ਨਿਰਧਾਰਤ ਅਧਿਕਤਮ ਮਿਆਦ ਜਿਸ ਲਈ ਭਾਰਤ ਦੇ ਸੰਵਿਧਾਨ ਵਿੱਚ ਜ਼ਿਕਰ ਕੀਤੀ ਗਈ ਕਿਸੇ ਵੀ ਐਮਰਜੈਂਸੀ ਪ੍ਰਣਾਲੀ ਨੂੰ ਲਾਗੂ ਰੱਖਿਆ ਜਾ ਸਕਦਾ ਜਾਂ ਵਧਾਇਆ ਜਾ ਸਕਦਾ? ਕਹਿੰਦੇ ਵੀ ਕਿੰਨੀ ਅਧਿਕਤਮ ਮਿਆਦ ਹੈ, ਜ਼ਿਆਦਾ ਤੋਂ ਜ਼ਿਆਦਾ ਕਿੰਨੀ ਮਿਆਦ ਹੈ ਵੀ ਜਿਹਦੇ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਜ਼ਿਕਰ ਕੀਤਾ ਗਿਆ ਵੀ ਕੋਈ ਵੀ ਐਮਰਜੈਂਸੀ ਪ੍ਰਣਾਲੀ ਹੈ ਉਹਨੂੰ ਲਾਗੂ ਰੱਖਿਆ ਜਾ ਸਕਦਾ ਹੈ, ਉਹਨੂੰ ਕਹਿ ਦਈਏ ਜਾਂ ਵਧਾਇਆ ਜਾ ਸਕਦਾ। ਠੀਕ ਹੈ, ਕਿਹੜੀ ਉਹ ਮਿਆਦ ਹੈਗੀ? ਠੀਕ ਹੈ, ਇਹ ਕਹਿੰਦੇ ਸੰਸਦ ਦੀ ਪ੍ਰਵਾਨਗੀ ਦੁਆਰਾ, ਸੰਸਦ ਪ੍ਰਵਾਨ ਕਰੂਗੀ ਫਿਰ ਕਹਿੰਦੇ ਆਪਾਂ ਜਿਹੜੀ ਐਮਰਜੈਂਸੀ ਨੂੰ ਲਾਗੂ ਰੱਖ ਸਕਦੇ ਹਾਂ, ਵਧਾ ਸਕਦੇ ਹਾਂ, ਜਾਂ ਕਹਿੰਦੇ ਆਪਾਂ ਸੰਵਿਧਾਨਕ ਸੋਧ ਕਰਾਂਗੇ। ਠੀਕ ਹੈ, ਉਹਦੇ ਦੁਆਰਾ ਆਪਾਂ ਜਿਹੜੀ ਇਹਦੀ ਐਮਰਜੈਂਸੀ ਜਿਹੜੀ ਉਹਦਾ ਡਿਊਰੇਸ਼ਨ ਘਟਾ ਵਧਾ ਸਕਦੇ ਹਾਂ। ਫਿਰ ਕਹਿੰਦੇ ਆਪਾਂ ਲੋਕ ਸਭਾ ਦੀ ਪ੍ਰਵਾਨਗੀ ਨਾਲ ਜਾਂ ਰਾਸ਼ਟਰਪਤੀ ਦੇ ਆਦੇਸ਼ ਦੇ ਨਾਲ। 4 ਆਪਸ਼ਨ ਨੇ ਆਪਣੇ ਕੋਲੇ। ਠੀਕ ਹੈ ਜੀ, ਤਾਂ ਆਪਸ਼ਨ ਕੀ ਹੈ? ਸੰਸਦ ਪ੍ਰਵਾਨ ਕਰੂਗੀ, ਜਾਂ ਸੰਵਿਧਾਨਕ ਸੋਧ ਹੋਊਗੀ, ਜਾਂ ਲੋਕ ਸਭਾ ਦੀ ਪ੍ਰਵਾਨਗੀ ਹੋਊਗੀ, ਜਾਂ ਫਿਰ ਰਾਸ਼ਟਰਪਤੀ ਦਾ ਆਦੇਸ਼ ਹੋਊਗਾ। ਤਾਂ ਆਪਣੇ ਕੋਲੇ ਆਪਸ਼ਨ ਕੀ ਆ ਜਾਊਗਾ ਜੀ? ਆਪਸ਼ਨ ਆ ਜਾਊਗਾ ਬੀ। ਠੀਕ ਹੈ ਜੀ, ਸੰਵਿਧਾਨ ਸੋਧ ਹੋਊਗੀ, ਸੰਵਿਧਾਨਕ ਸੋਧ ਦੁਆਰਾ ਫਿਰ ਆਪਾਂ ਕਹਿ ਦਾਂਗੇ ਵੀ ਇੰਨਾ ਚਿਰ ਜਿਹੜੀ ਆਪਾਂ ਕਹਿ ਦਈਏ ਜਿਹੜੀ ਆਪਣੀ ਐਮਰਜੈਂਸੀ ਪ੍ਰਣਾਲੀ ਨੂੰ ਲਾਗੂ ਰੱਖਿਆ ਜਾ ਸਕਦਾ ਜਾਂ ਵਧਾਇਆ ਜਾਂ ਘਟਾਇਆ ਜਾ ਸਕਦਾ। ਠੀਕ ਹੈ, ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਰਾਜਨੀਤਿਕ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਹੇਠ ਲਿਖੇ ਕਾਨੂੰਨਾਂ ਵਿੱਚੋਂ ਰਾਸ਼ਟਰੀ ਜਾਂ ਰਾਜ ਪੱਧਰੀ ਪਾਰਟੀਆਂ ਵਜੋਂ ਮਾਨਤਾ ਦਿੱਤੀ ਜਾਂਦੀ ਆ। ਰਾਸ਼ਟਰੀ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਹੇਠ ਲਿਖੇ ਕਾਨੂੰਨਾਂ ਵਿੱਚੋਂ ਰਾਸ਼ਟਰੀ ਜਾਂ ਰਾਜ ਪੱਧਰੀ ਪਾਰਟੀਆਂ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਕਹਿੰਦੇ ਲੋਕ ਪ੍ਰਤੀਨਿਧਤਾ ਐਕਟ 1950, ਲੋਕ ਪ੍ਰਤੀਨਿਧਤਾ ਐਕਟ 1951, ਸੈਕਸ਼ਨ 29A, ਹੱਦਬੰਦੀ ਐਕਟ 2002, ਚੋਣ ਨਿਸ਼ਾਨ ਰਾਖਵਾਂਕਰਨ ਤੇ ਅਲਾਟਮੈਂਟ ਜਿਹੜਾ ਹੁੰਦਾ ਹੈ ਆਰਡਰ 1968। ਚੋਣ ਕਮਿਸ਼ਨ ਕੀ ਕਹਿੰਦਾ? ਹੇਠ ਲਿਖੇ ਕਾਨੂੰਨਾਂ ਦਾ ਰਾਸ਼ਟਰੀ ਜਾਂ ਰਾਜ ਪੱਧਰੀ ਪਾਰਟੀਆਂ ਵਜੋਂ ਮਾਨਤਾ ਦਿੰਦਾ। ਕੌਣ ਦਿੰਦਾ ਵੀ? ਚੋਣ ਨਿਸ਼ਾਨ ਰਾਖਵਾਂਕਰਨ ਆਰਡਰ ਜਿਹੜਾ ਹੁੰਦਾ। ਠੀਕ ਆ, ਤਾਂ ਆਪਣੇ ਕੋਲ ਆਪਸ਼ਨ ਕੀ ਆ ਜਾਊਗਾ? ਡੀ ਆ ਜਾਊਗਾ, ਚੋਣ ਨਿਸ਼ਾਨ ਰਾਖਵਾਂਕਰਨ ਤੇ ਅਲਾਟਮੈਂਟ ਆਰਡਰ 1968। ਠੀਕ ਹੈ, ਚੋਣ ਕਮਿਸ਼ਨ ਇਹ ਜਿਹੜਾ ਆਪਾਂ ਕਹਿ ਦਈਏ ਆਰਡਰ 1968 ਦੇ ਦੁਆਰਾ ਹੀ ਇਹਨਾਂ ਨੂੰ ਕੀ ਕਰਦਾ ਵੀ ਰਾਸ਼ਟਰੀ ਜਾਂ ਰਾਜ ਪੱਧਰੀ ਪਾਰਟੀਆਂ ਵਜੋਂ ਕਿਸੇ ਵੀ ਪਾਰਟੀ ਨੂੰ ਮਾਨਤਾ ਦਿੰਦਾ। ਚਲੋ ਜੀ ਅੱਗੇ ਚੱਲਦੇ ਆਪਾਂ। ਆਪਣਾ ਲਾਸਟ ਪ੍ਰਸ਼ਨ ਅੱਜ ਦੇ ਦਿਨ ਦਾ, ਰਾਜ ਸਭਾ ਦੇ ਚੇਅਰਮੈਨ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ। ਰਾਜ ਸਭਾ ਦਾ ਜਿਹੜਾ ਚੇਅਰਮੈਨ ਹੈ ਕਹਿੰਦੇ ਉਹਨਾਂ ਦੇ ਅਹੁਦੇ ਨੂੰ ਹਟਾਇਆ ਜਾ ਸਕਦਾ। ਰਾਜ ਸਭਾ ਵਿੱਚ ਵਿਸ਼ੇਸ਼ ਬਹੁਮਤ ਨਾਲ ਮਤਾ ਪਾਸ ਕਰ ਦਈਏ ਜੀ ਆਪਾਂ, ਕਹਿੰਦੇ ਰਾਜ ਸਭਾ ਵਿੱਚ ਪ੍ਰਭਾਵਸ਼ਾਲੀ ਬਹੁਮਤ ਨਾਲ ਮਤਾ ਪਾਸ ਕਰਕੇ, ਰਾਜ ਸਭਾ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਦੇ ਬਹੁਮਤ ਨਾਲ ਮਤਾ ਪਾਸ ਕਰਕੇ, ਰਾਜ ਸਭਾ ਵਿੱਚ ਪ੍ਰਭਾਵਸ਼ਾਲੀ ਬਹੁਮਤ ਨਾਲ ਅਤੇ ਲੋਕ ਸਭਾ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ। ਠੀਕ ਹੈ ਜੀ, ਆਪਣੇ ਕੋਲੇ 4 ਆਪਸ਼ਨ ਨੇ।
ਤਾਂ ਆਪਣੇ ਕੋਲ ਆਪਸ਼ਨ ਕੀ ਆ ਜਾਊਗਾ, ਰਾਜ ਸਭਾ ਵਿੱਚ ਪ੍ਰਭਾਵਸ਼ਾਲੀ ਬਹੁਮਤ ਨਾਲ ਤੇ ਲੋਕ ਸਭਾ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ ਕੀ ਕਰ ਸਕਦੇ ਹਾਂ ਜੀ, ਆਪਾਂ ਇਹਨਾਂ ਨੂੰ ਹਟਾ ਸਕਦੇ ਹਾਂ। ਠੀਕ ਹੈ, ਰਾਜ ਸਭਾ ਦੇ ਚੇਅਰਮੈਨ ਨੂੰ ਅਹੁਦੇ ਤੋਂ ਹਟਾ ਸਕਦੇ ਹਾਂ। ਰਾਜ ਸਭਾ ਦੇ ਵਿੱਚ ਪ੍ਰਭਾਵਸ਼ਾਲੀ ਬਹੁਮਤ ਨਾਲ ਤੇ ਲੋਕ ਸਭਾ ਵਿੱਚ ਸਹਿਮਤੀ ਨਾਲ ਮਤਾ ਪਾਸ ਕਰਕੇ ਆਪਾਂ ਰਾਜ ਸਭਾ ਦੇ ਚੇਅਰਮੈਨ ਨੂੰ ਹਟਾ ਸਕਦੇ ਹਾਂ। ਠੀਕ ਹੈ ਜੀ, ਰਾਜ ਸਭਾ ਦੇ ਚੇਅਰਮੈਨ ਨੂੰ ਹਟਾ ਸਕਦੇ ਹਾਂ। ਇੱਥੇ ਆਪਣੇ ਜਿਹੜੇ ਕੁਐਸਚਨ ਹੁੰਦੇ ਨੇ ਜੀ ਸਮਾਪਤ, ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਘੱਟੋ ਘੱਟ ਆਪਾਂ 3000 ਪਲੱਸ ਕੁਐਸਚਨ ਜਿਹੜੇ ਆਪਾਂ ਇਹਦੇ ਵਿੱਚ ਕਰਨੇ ਨੇ, ਤੇ ਨਾਲ ਹੀ ਆਪਾਂ ਸ਼ੁਰੂ ਕਰਾਂਗੇ ਇੱਕ ਫੈਕਟਾਂ ਦੇ ਨਾਲ ਸੰਬੰਧਿਤ ਜਿਹੜੀ ਇੱਕ ਵੀਡੀਓ ਲੈ ਕੇ ਆਵਾਂਗੇ। ਇਕੱਲੇ ਫੈਕਟ ਹੋਣਗੇ ਜਿਹੜੇ ਕਿ ਥਿਊਰੀਆਂ ਦੇ ਨਾਲ ਸੰਬੰਧਿਤ ਹੋਣਗੇ। ਠੀਕ ਹੈ ਜੀ, ਉਹ ਵੀ ਆਪਾਂ ਆਪਣੇ YouTube ਚੈਨਲ ਦੇ ਉੱਪਰ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਤਾਂ ਜੇਕਰ ਵੀਡੀਓ ਵਧੀਆ ਲੱਗੀ ਹੈ, ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਹਦੇ ਨਾਲ ਹੋਊਗਾ ਵੀ ਮੇਰਾ ਜਿਹੜਾ ਮੋਟੀਵੇਸ਼ਨ ਹੈ ਜਿਹੜੀ ਮੈਨੂੰ ਵਧੂਗੀ। ਠੀਕ ਹੈ, ਤੇ ਹੋਰ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨੂੰ ਆਪਾਂ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਜੀ, ਲਾਸਟ ਤੱਕ ਜਿਹੜੇ ਬੰਦੇ ਜੁੜੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ।